ਵਾਹਿਗੁਰੂ ਜੀ। ਡੰਡੋਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ, ਸਰਬ ਕਲਾ ਸਮਰੱਥ। ਅਤ ਉੱਚਾ ਤਾਕਾ ਦਰਬਾਰਾ, ਅੰਤ ਨਹੀਂ ਕਿਛ ਪਾਰਾਵਾਰਾ। ਕੋਟ 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 ਲਖ ਧਾਵੈ, ਇਕ ਤਿਲ ਤਾਕੋ ਮਹਿਲ ਨਾ ਪਾਵੈ। ਸਰਬ ਕਲਾ ਸਮਰੱਥ, ਡੋਲਣ ਤੇ ਰੱਖੋ ਪ੍ਰਭੂ। ਨਾਨਕ ਦੇ ਕਰ ਹੱਥ, ਅਗੰਮ ਅਗੋਚਰ ਸੱਚ ਸਾਹਿਬ ਮੇਰਾ। ਸੱਚ ਸਾਹਿਬ ਮੇਰਾ, ਨਾਨਕ ਬੋਲੇ ਬੁਲਾਇਆ ਤੇਰਾ। ਨਾਨਕ ਬੋਲੇ ਬੁਲਾਇਆ ਤੇਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੱਜ ਵੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਸਤਿਗੁਰੂ ਦੀ ਅੰਮ੍ਰਿਤ ਬਾਣੀ ਦਾ ਨਾਦ ਜੋ ਭਾਈ ਸਾਹਿਬ ਜੀ ਕੀਰਤਨ ਕਰ ਰਹੇ ਸੀ, ਕੱਲ੍ਹ ਵੀ ਆਪਾਂ ਇਸ ਸਥਾਨ 'ਤੇ ਸਟੇਜ 'ਤੇ ਇਹੀ ਕਿਹਾ ਸੀ, ਵਿਚਾਰ ਰੁਕ ਜਾਣੇ। ਜੀਵ ਆਤਮਾ ਦੇ ਥਾਟ ਰੁਕ ਜਾਣੇ, ਵਿਚਾਰ ਰੁਕ ਜਾਣੇ। ਅੱਜ ਮੇਰੀ ਸਰਕਾਰ ਨੇ, ਨਾਵੇਂ ਪਾਤਸ਼ਾਹ ਨੇ ਕਿਹਾ, ਮਾਈ ਮੈਂ ਧਨ ਪਾਇਓ ਹਰ ਨਾਮ। ਮਾਈ ਬੋਲੋ, ਕਹੂ ਵੀ ਕਿਸ ਤਰ੍ਹਾਂ? ਹਾਂ ਵੀ, ਹਾਂ, ਜਦੋਂ ਪਾਇਆ ਹੀ ਨਹੀਂ ਤੇ ਬੋਲਣ ਵਿੱਚ ਉਹ ਰਸ ਨਹੀਂ ਹੋਊਗਾ। ਇਹ ਤੇ ਜਿਨ੍ਹਾਂ ਨੇ ਪਾਇਆ ਉਹਨਾਂ ਦੀ ਕਹਾਣੀ ਹੈ। ਆਖੋ ਵਾਹਿਗੁਰੂ। ਜਿਨ੍ਹਾਂ ਨੇ ਕਿਤੇ ਉਹਨਾਂ ਦੇ ਮੂੰਹ ਵਿੱਚੋਂ ਬੋਲੇ ਇਹ ਬੋਲ, ਨਾਵੇਂ ਪਾਤਸ਼ਾਹ ਦੇ ਅੰਮ੍ਰਿਤ ਵਚਨ। ਆਖੋ ਵਾਹਿਗੁਰੂ। ਤੁਹਾਨੂੰ ਪਤਾ ਲੱਗਾ ਬੱਚਿਓ ਮੈਂ ਕੀ ਕਿਹਾ? ਨਹੀਂ, ਫੇਰ ਕਹਿਣਾ, ਮਾਈ ਮੈਂ ਧਨ ਪਾਇਓ ਤੇ ਜਿਹਦੀ ਜੇਬ ਹੀ ਖਾਲੀ, ਉਹ ਕੀ ਦੱਸੂ? ਜਿੱਦਣ ਦਾ ਮੈਂ ਜੇਬ 'ਚ ਇਹ ਪੈਸੇ ਪਾਏ ਨੇ, ਉਦੋਂ ਤੋਂ ਮੇਰੀ ਕੀ ਅਵਸਥਾ ਬਣੀ। ਆਖੋ ਵਾਹਿਗੁਰੂ। ਤਾਂ ਕਹਿਣਾ, ਕਹਿੰਦੇ ਕੱਚੇ ਤੇ ਸੁਣਦੇ ਕੱਚੇ। ਕਹਿਣ ਵਾਲੇ ਨੂੰ ਖੁਦ ਨਹੀਂ ਪਤਾ ਵੀ ਜੋ ਮੈਂ ਪੜ੍ਹ ਰਿਹਾ ਕੀ ਮੈਂ ਪਾਇਆ ਹੈ। ਸੁਣੋ ਗੁਰੂ ਕੇ ਸਿੱਖੋ, ਟਿਕੋ। ਬਹੁਤੀ ਕੋਈ ਕਾਹਲੀ ਨਹੀਂ ਸਾਨੂੰ ਭੱਜਣ ਦੀ। ਪਹਿਲਾਂ ਸੁਣੋ ਵੀ ਦੋ ਗੱਲਾਂ ਦਾਸ ਨੇ ਕੀਤੀਆਂ ਵੀ ਜਦੋਂ ਜੇਬ 'ਚ ਉਹ ਪੈਸਾ ਪਾਇਆ ਹੀ ਨਹੀਂ, ਉਹ ਪੈਸਾ, ਆਖੋ ਵਾਹਿਗੁਰੂ, ਜਿਸ ਪੈਸੇ ਨਾਲ ਕੋਈ ਦੁਨਿਆਵੀ ਪਦਾਰਥ ਨਹੀਂ ਖਰੀਦਿਆ ਜਾਂਦਾ, ਉਹ ਪੈਸਾ ਜੇਬ 'ਚ ਪਿਆ। ਉਹ ਪੈਸਾ ਜੇਬ 'ਚ ਆਇਆ ਜਿਹਦੇ ਨਾਲ ਸ਼ਰਾਬ ਖਰੀਦੀ ਜਾ ਸਕਦੀ ਸੀ, ਅਤੇ ਮਨ ਨੇ ਕਿੱਥੋਂ ਰੁਕਣਾ ਸੀ? ਮਾਇਆ ਧਾਰੀ ਕਹਿੰਦੇ ਮਨ ਚੰਚਲ ਹੈ, ਬੱਚੇ ਚੰਚਲ ਨੇ, ਕਿਉਂ ਨਾ ਹੋਣ। ਇਹ ਜਿਹੜੀ ਚੰਚਲ ਮਾਇਆ ਹੈ, ਜਿਸ ਬੰਦੇ ਕੋਲ ਆ ਉਹਨੂੰ ਉਹਨੇ ਬਣਾਉਣਾ ਵੀ ਚੰਚਲ ਹੀ ਹੈ। ਨੋਟ ਕਰ ਰਿਹਾ ਉਹਨੂੰ ਉਹਨੇ, ਮਗਰ ਐਸ ਧਨ ਦੀ ਤੇ ਕੋਈ ਵਡਿਆਈ ਮੇਰਾ ਸਤਿਗੁਰੂ ਹੋਰ ਦੱਸ ਰਿਹਾ। ਜਿੱਦਣ ਦਾ ਮੇਰੇ ਕੋਲ ਇਹ ਧਨ ਆਇਆ ਹੈ, ਉਦੋਂ ਦਾ ਮਨ ਮੇਰੋ ਧਾਵਨ ਤੇ ਛੁੱਟਿਓ, ਹੁਣ ਨਹੀਂ ਭੱਜਦਾ। ਪਤਾ ਲੱਗ ਗਿਆ ਜੀ, ਦੋ ਤਰ੍ਹਾਂ ਦਾ ਧਨ ਆ, ਸੱਚਾ ਧਨ ਅਤੇ ਕੱਚਾ ਧਨ। ਲਿਖਿਆ ਹੈ ਗੁਰਬਾਣੀ 'ਚ, ਦੋਵਾਂ ਦਾ ਜ਼ਿਕਰ ਕੀਤਾ ਹੈ।
ਕੱਚਾ ਧਨ ਮੂਰਖ ਇਕੱਠੇ ਕਰਦੇ। ਅੱਜ ਹੁਣ ਤੁਸੀਂ ਸੁਰਤ ਵਿੱਚ ਕਰੋ, ਹਾਂ ਫੋਟੋ ਬਣਾਓ, ਜਿਹੜਾ ਜਿਹੜਾ ਬੰਦਾ ਤੁਹਾਡਾ ਰਿਸ਼ਤੇਦਾਰ, ਤੁਹਾਡਾ ਸੱਜਣ, ਤੁਹਾਡਾ ਗਵਾਂਢੀ ਪੈਸੇ ਇਕੱਠੇ ਕਰ ਰਿਹਾ, ਗੁਰੂ ਗ੍ਰੰਥ ਸਾਹਿਬ ਦੀ ਭਾਸ਼ਾ ਅਨੁਸਾਰ ਆਪਣੀ ਸੁਰਤ ਦੇ ਕਾਗਜ਼ 'ਤੇ ਲਿਖੋ ਮੂਰਖ ਹੈ। ਮੈਂ ਨਹੀਂ ਕਹਿ ਰਿਹਾ, ਬਾਣੀ ਕਹਿੰਦੀ, ਤੀਸਰੇ ਪਾਤਸ਼ਾਹ ਜੀ ਦੇ ਅੰਮ੍ਰਿਤ ਵਚਨ ਨੇ। ਕੱਚਾ ਧਨ ਸੰਚੇ ਤੇ ਸਾਚਾ ਧਨ, ਕੱਚਾ ਧਨ ਆਪਣੀ ਮੱਤ ਨਾਲ ਇਕੱਠਾ ਕਰੀਦਾ। ਭੈਣ ਦਾ ਪਲਾਟ ਮੰਨ ਲਓ, ਦੁੱਸ ਦਾ ਪਲਾਟ ਮੰਨ ਲਓ, ਇੰਨੇ ਲੱਖ ਦਾ ਏ, ਇੰਨੇ ਕਰੋੜ ਦਾ ਏ, ਇੰਨੇ ਪੈਸੇ ਮੇਰੇ ਅਕਾਊਂਟ 'ਚ ਆ ਜਾਣਗੇ। ਇਹ ਮੇਰੇ ਮਨ ਦੀਆਂ ਸ਼ਰਾਰਤਾਂ ਨੇ। ਆਖੋ ਵਾਹਿਗੁਰੂ। ਦੂਸਰਾ ਧਨ ਮਿਲਦਾ ਗੁਰੂ ਦੀ ਮੱਤ ਨਾਲ। ਸਾਚਾ ਧਨ ਗੁਰਮਤੀ ਪਾਏ। ਬੋਲੋ ਹਾਂ। ਕੋਈ ਅੰਦਰ ਵੀ ਉਤਰੀ ਗੱਲ ਕਿ ਵੈਸੇ ਹੀ? ਜਿਹੜਾ ਕੱਚਾ ਧਨ ਇਕੱਠਾ ਕੀਤਾ ਉਹ ਮੇਰੀ ਮੱਤ ਸੀ, ਤਾਂ ਲਿਖਿਆ ਮਨ ਕੀ ਮੱਤ ਤਿਆਗੋ ਹਰ ਜਨ। ਬੋਲੋ ਹਾਂ। ਰਸ ਪੀ ਕੇ, ਐਵੇਂ ਨਹੀਂ। ਉਤਰਾ ਤੇ ਤੋਤੇ ਵਾਂਗੂ ਰਟਨ ਬਹੁਤ ਚਿਰ ਤੋਂ ਕੀਤੀ ਹੈ। ਆਖੋ ਵਾਹਿਗੁਰੂ। ਤੋਤੇ 'ਚ ਤੇ ਮੇਰੇ 'ਚ ਇੰਨਾ ਫਰਕ ਹੋਣਾ ਚਾਹੀਦਾ। ਸੁਣਿਓ ਪੁੱਤ, ਧਿਆਨ ਨਾਲ ਸੁਣਿਓ। ਤੋਤੇ ਨੂੰ ਸਿਖਾ ਦਿੱਤਾ ਗਿਆ ਹੈ, ਮਨਦੀਪ ਸਿੰਘ ਅੱਗੇ ਆ ਜਾ, ਤੋਤੇ ਨੂੰ ਸਿਖਾ ਦਿੱਤਾ ਗਿਆ ਹੈ ਵੀ ਤੂੰ ਰਾਮ ਰਾਮ ਕਹਿਣਾ ਹੈ। ਤੋਤੇ ਨੂੰ ਰਾਤ ਦਿਨ ਜਦੋਂ ਚੂਰੀ ਪਾਉਣ ਗਏ, ਬੋਲ ਰਾਮ ਰਾਮ, ਮਗਰ ਰਾਮ ਕੀ ਆ ਇਹ ਤੋਤੇ ਨੂੰ ਨਹੀਂ ਸਮਝਾਇਆ। ਨਹੀਂ ਪਤਾ ਲੱਗਾ। ਲੱਗ ਗਿਆ ਰਾਮ ਕੀ ਆ, ਉਹਦੀ ਪਾਵਰ ਕੀ ਆ, ਇਹ ਨਾ ਤਾਂ ਕੋਈ ਉਹਨੂੰ ਸਮਝਾ ਸਕਿਆ। ਆਖੋ ਵਾਹਿਗੁਰੂ। ਤੇ ਨਾ ਰਾਮ ਦੀ ਪਾਵਰ ਦਾ ਤੋਤੇ ਨੂੰ ਪਤਾ ਲੱਗਿਆ। ਨਾ ਛੇੜਿਆ ਤਾਂ ਨਹੀਂ ਆਵਾਜ਼। ਰਾਮ ਦੀ ਪਾਵਰ ਦਾ ਤੋਤੇ ਨੂੰ, ਤੁਸੀਂ ਪਕੜ ਰਹੇ ਹੋ ਨਾ ਗੱਲ ਨੂੰ। ਤੋਤਾ ਰਾਮ ਰਾਮ ਕਹਿਣ ਲੱਗ ਪਿਆ, ਪਾਵਰ ਦਾ ਨਹੀਂ ਪਤਾ। ਅਸੀਂ ਵੀ ਵਾਹਿਗੁਰੂ 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 ਕਹਿ ਰਹੇ ਹਾਂ, ਇਹਦੀ ਪਾਵਰ ਦਾ ਨਹੀਂ ਪਤਾ। ਕਿਸੇ ਨੇ ਕਿਹਾ ਤੁਸੀਂ ਵਾਹਿਗੁਰੂ ਵਾਹਿਗੁਰੂ ਕਰਿਆ ਕਰੋ, ਆਪਾਂ ਵੀ ਕਰਨਾ ਸ਼ੁਰੂ ਕਰਤਾ ਜੀ। ਕੋਈ ਤੋਤੇ ਨੂੰ ਕਵੇ ਆਖੋ ਵਾਹਿਗੁਰੂ। ਉਹਦੀ ਇੱਕ ਬੜੀ ਪਿਆਰੀ ਕਹਾਣੀ ਲਿਖੀ, ਗੱਲੀ ਜੇ ਸ਼ੋਅ ਪਾਈਏ ਗੱਲਾਂ ਨਾਲ, ਕਿਉਂ ਤੋਤਾ ਫਾਸੇ। ਪੁੱਤ ਦ੍ਰਿੜਤਾ ਜਾਣ ਕੇ ਕਹੋ, ਦ੍ਰਿੜਤਾ ਜਾਣ ਕੇ। ਜੇ ਬੋਲਣ ਨਾਲ, ਗੱਲਾਂ ਨਾਲ ਕਿਤੇ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਤੇ ਗੱਲਾਂ ਤੇ ਤੋਤੇ ਜਿੰਨੀਆਂ ਕਿਸੇ ਨੂੰ ਵੀ ਨਹੀਂ ਆਉਂਦੀਆਂ। ਤੇ ਅਸੀਂ ਵੀ ਐਸੇ ਤੋਤੇ ਹਾਂ ਵੀ ਸਾਨੂੰ ਵੀ ਬਥੇਰੀਆਂ ਆਉਂਦੀਆਂ। ਧਰਮ ਬਾਰੇ ਗੱਲਾਂ ਕਰਨੀਆਂ। ਇੱਕ ਤੋਤਾ ਕੱਲ੍ਹ ਬੋਲ ਰਿਹਾ ਸੀ ਜਿਹਦਾ ਜ਼ਿਕਰ ਕੀਤਾ ਸੀ, ਪਤਾ ਲੱਗ ਗਿਆ ਜੀ। ਇਹ ਤੋਤੇ ਨੇ ਜਿਨ੍ਹਾਂ ਨੂੰ ਸਿਖਾਇਆ ਗਿਆ ਹੈ, ਪਾਵਰ ਦਾ ਨਹੀਂ ਪਤਾ। ਵਾਹਿਗੁਰੂ ਸ਼ਬਦ ਦੀ ਪਾਵਰ ਦਾ ਨਾ ਸਿੱਖ ਨੂੰ ਪਤਾ, ਨਾ ਰਾਮ ਰਾਮ ਕਹਿਣ ਵਾਲੇ ਤੋਤੇ ਨੂੰ ਪਤਾ ਹੈ। ਕੇਵਲ ਰਟਨ ਕਰ ਰਿਹਾ। ਫਿਰ ਇੱਕ ਵਾਰ ਰਿਪੀਟ ਕਰਦਾ, ਗੱਲੀ ਜੇ ਸ਼ੋਅ ਪਾਈਏ। ਬੋਲੋ। ਗੱਲਾਂ ਕਰਨੀਆਂ ਕੋਈ ਸਿੱਖ ਲਵੇ। ਮੇਰੇ ਵਰਗਾ ਕਥਾਵਾਚਕ ਹੀ ਗੱਲਾਂ ਕਰਨ 'ਚ ਮਾਹਰ ਹੋ ਜੇ, ਤੁਹਾਡੇ ਲਈ ਕਥਾਵਾਚਕ ਹੈ। ਤੁਸੀਂ ਕਹਿਣਾ ਬਹੁਤ ਜ਼ਿਆਦਾ ਤਗੜਾ ਕਥਾਵਾਚਕ ਹੈ, ਬੜੀਆਂ ਗੱਲਾਂ ਸੁਣਾਉਂਦਾ ਹੈ। ਮਗਰ ਭਾਈ ਗੁਰਦਾਸ ਨੇ ਤੇ ਸਾਰੇ ਸ਼ੱਕ ਕੱਢਤੇ। ਕਹਿੰਦੇ ਜੇ ਗੱਲਾਂ ਨਾਲ ਰੱਬ ਮਿਲਦਾ ਹੁੰਦਾ ਤਾਂ ਫਿਰ ਤੇ ਤੋਤੇ ਵੱਲ ਵੇਖੋ। ਕਾਹਦੇ ਵੱਲ? ਤੋਤਾ ਹੀ ਫਸਦਾ ਹੈ। ਜਿਹੜੀ ਗੱਲ ਤੋਤਾ ਕਹੀ ਜਾਂਦਾ, ਸ਼ਿਕਾਰੀ ਆਊਗਾ ਪੋਸਤ ਪਾਊਗਾ, ਆਪਾਂ ਪੋਸਤ ਖਾਣਾ ਨਹੀਂ, ਜਾਲ ਵਿੱਚ ਫਸਣਾ ਨਹੀਂ। ਆਪਾਂ ਵੀ ਕਹੀ ਜਾਂਦੇ ਵਾਹਿਗੁਰੂ 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 ਕਰਨ ਨਾਲ ਮੈਂ ਕਾਮੀ ਨਹੀਂ ਬਣਨਾ, ਮੈਂ ਕ੍ਰੋਧੀ ਨਹੀਂ ਬਣਨਾ, ਮੈਂ ਲੋਭੀ ਨਹੀਂ ਬਣਨਾ, ਮੈਂ ਹੰਕਾਰੀ ਨਹੀਂ ਬਣਨਾ। ਜਿਸ ਤਰ੍ਹਾਂ ਤੋਤਾ ਪੋਸਤ ਖਾ ਕੇ ਵੀ ਫਿਰ ਨਾਲੇ ਰਟਣ ਲਾਈ ਜਾਂਦਾ, ਸ਼ਿਕਾਰੀ ਆਏਗਾ ਪੋਸਤ ਪਾਏਗਾ, ਆਪਾਂ ਪੋਸਤ ਖਾਣਾ ਨਹੀਂ, ਜਾਲ ਵਿੱਚ ਫਸਣਾ ਨਹੀਂ। ਤੁਸੀਂ ਤੇ ਮੈਂ ਵੀ ਇਹੀ ਕਰ ਰਹੇ, ਨਹੀਂ ਕਰ ਰਹੇ। ਉਸੇ ਹੀ ਜਾਲ ਵਿੱਚ ਆਪਾਂ ਫਸੇ ਹਾਂ। ਤੇ ਅੱਗੇ ਸਿਆਣੇ ਦੀ ਵੀ ਗੱਲ ਕਰਕੇ ਮੈਂ ਆਪਣੇ ਵਿਸ਼ੇ ਤੇ ਆਵਾਂ। ਆਖੋ ਵਾਹਿਗੁਰੂ। ਗੱਲੀ ਜੇ ਸ਼ੋ ਪਾਈਏ ਕਿਉਂ ਤੋਤਾ ਫਾਸੇ, ਅੱਤ ਸਿਆਣਪ ਜੇ ਮਿਲੇ। ਪਹਿਲੋਂ ਗੱਲਾਂ ਦੀ ਗੱਲ ਕੀਤੀ, ਹੁਣ ਉੱਚੋ ਬੋਲੋ। ਅੱਤ ਸਿਆਣਪਾਂ ਦੀ।
ਕਹਿੰਦੇ ਇੱਕ ਜਾਨਵਰ ਆ ਜਿਹਨੂੰ ਕਾਂ ਕਹਿੰਦੇ। ਪਹਿਲੋਂ ਤੋਤੇ ਦੀ ਗੱਲ ਕੀਤੀ, ਹੁਣ ਕਾਂ ਦੀ ਕੀਤੀ। ਅਤ ਸਿਆਣਪ ਜੇ ਮਿਲੇ, ਬੋਲੋ ਹਾਂ, ਅਰਥ ਕਰ ਲੋਗੇ। ਅਨੰਤ ਸਿਆਣਪਾਂ ਦਾ ਮਾਲਕ ਕਾਂ, ਤੇ ਫੁੱਲ ਦਾ ਕੀ ਹੈ ਚੁੰਝਣਾ? ਕਾਂ ਗੂੰ ਗਰਾਸੇ। ਆਹ ਸ਼ਬਦ ਭਾਸ਼ਾ ਪਤਾ ਨਹੀਂ ਇੱਥੇ ਬੋਲਦੇ ਕਿ ਨਹੀਂ। ਸਿਆਣਾ ਬੜਾ ਹੈ, ਜਰਾ ਕੋ ਢੇਮ ਫੜੇ ਪਹਿਲੋਂ ਪਤਾ ਲੱਗ ਜਾਂਦਾ ਵੀ ਇਹਨੇ ਢੇਮ ਫੜ ਲਈ, ਮੈਨੂੰ ਮਾਰਨੀ, ਉੱਡ ਜਾਂਦਾ ਹੈ। ਸਾਰੀ ਫੋਟੋ ਵੇਖੋ ਆਪਣੀ। ਸਿਆਣੇ ਬਹੁਤ ਆ, ਮਗਰ ਕਾਮ ਦਾ ਗੰਦ ਫੇਰ ਖਾਂਦੇ ਆ, ਕ੍ਰੋਧ ਦਾ ਗੰਦ ਫੇਰ ਖਾਂਦੇ ਆ। ਸੇਮ ਕਹਾਣੀ ਸਾਡੀ ਤੇ ਕਾਂ ਦੀ ਤੇ ਤੋਤੇ ਦੀ ਇੱਕੋ ਹੀ ਆ। ਤੋਤੇ ਨੂੰ ਵੀ ਸਿਖਾਇਆ ਗਿਆ ਹੈ। ਮੈਨੂੰ ਪਾਵਰ ਦਾ ਨਹੀਂ ਪਤਾ, ਕਾਹਦੀ ਦਾ? ਵਾਹਿਗੁਰੂ ਦੀ ਦਾ। ਕੀ ਪਾਵਰ ਆ ਜੀ? ਸੂਕੇ ਹਰੇ ਕੀਏ ਖਿਰ ਮਾਏ, ਆਹ ਪਾਵਰ ਆ ਉਹਦੀ। ਆਖੋ ਵਾਹਿਗੁਰੂ। ਸੂਕੇ ਅਨੰਤ ਜਨਮਾਂ ਦਾ ਸੁੱਕਾ ਬੂਟਾ ਹਰਿਆ ਹੋ ਗਿਆ, ਮਨ ਖਿੜਿਆ ਹਰਿਆ ਬਾਗ, ਮਨ ਖਿੜਿਆ। ਕੀ ਕਹਿਣਾ? ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚੜ੍ਹਦੀ ਕਲਾ, ਚੜ੍ਹਦੀ ਕਲਾ ਚ ਰਹੋ। ਗੋਡਿਆਂ ਤੇ ਹੱਥ ਰੱਖੋ, ਰੀੜ੍ਹ ਦੀ ਹੱਡੀ ਸਿੱਧੀ ਕਰੋ। 2 ਦੀਵਾਨ ਬਾਕੀ ਰਹਿ ਗਏ, ਕੱਲ੍ਹ ਦਾ ਤੇ ਪਰਸੋਂ ਦਾ। ਨਦੀ ਨਾਵ ਸਹਿਯੋਗੀ ਮੇਲੇ। ਸੱਚਮੁੱਚ ਅੰਦਰੋਂ ਖਲੋ ਕੇ ਜਪ ਕੇ ਵੇਖੋ, ਜਿਸ ਤਰ੍ਹਾਂ ਮੀਂਹ ਪੈਣ ਡਿਆ ਉੱਤੇ। ਗੁਰੂ ਖਿਲਾਰ ਕੇ ਵੇਖੋ, ਮੀਂਹ ਪੈ ਰਿਹਾ, ਆਪਣੇ ਆਪ ਨੂੰ ਖਿਲਾਰ ਕੇ ਵੇਖੋ, ਅੰਦਰ ਹਰੇ ਭਰੇ ਹੋ ਜਾਓਗੇ। ਇਨ ਬਿਦ ਇਹ ਮਨ ਹਰਿਆ ਹੋਏ। ਸੁੱਕਾ ਸੜਿਆ ਵਿਕਾਰਾਂ ਦੀ ਅੱਗ ਨਾ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਹੁਣ ਟਿਕੋ ਫੇਰ। ਮਾਈ ਮੈਂ ਧਨ ਪਾਇਓ। 2 ਤੁਹਾਨੂੰ ਦੱਸੇ ਸੀ, ਇੱਕ ਕੱਚਾ, ਜਿਹੜਾ ਸੱਚਾ ਉਹ ਹਰੀ ਦਾ। ਹਰ ਨਾਮ ਧਨ ਨਿਰਮਲ ਅਤ ਅਪਾਰਾ। ਥੋੜਾ ਜਿਹਾ ਨਹੀਂ, ਅਤ ਇੰਨਾ ਨਿਰਮਲ ਆ। ਤੇ ਜਿਹਦੀ ਬੁੱਧੀ ਦੇ ਵਿੱਚ ਉਸ ਨਿਰਮਲ ਦਾ ਵਾਸਾ ਹੋ, ਉਹਦੀ ਬੁੱਧੀ ਨੂੰ ਵੀ। ਤੁਹਾਡੇ ਘਰ ਦੇ ਵਿੱਚ ਗੁਲਾਬ ਦਾ ਫੁੱਲ ਖਿੜਿਆ, ਸਾਰੇ ਘਰ ਨੂੰ ਸੁਗੰਧਿਤ ਕਰਦਾ। ਜਿੱਦਣ ਤੁਹਾਡੀ ਜ਼ਿੰਦਗੀ ਦੇ ਵਿੱਚ ਕਿਤੇ ਇਹ ਧਨ ਆ ਗਿਆ, ਹਰ ਨਾਮ ਧਨ ਨਿਰਮਲ ਅਤ ਅਪਾਰਾ, ਆਖਿਆ ਜੀ ਇਹ ਕਿੱਥੋਂ ਮਿਲਦਾ ਹੈ? ਗੁਰ ਕੇ ਸ਼ਬਦ ਭਰੇ ਭੰਡਾਰਾ। ਗੁਰ ਕੇ ਇਹ ਬਾਜ਼ਾਰ 'ਚੋਂ ਨਹੀਂ ਮਿਲਣਾ, ਇਹ ਤੁਹਾਡੀ ਜੋਬ ਤੋਂ ਨਹੀਂ ਮਿਲਣਾ, ਇਹ ਤਾਂ ਸ਼ਬਦ ਦੀ ਕਮਾਈ 'ਚੋਂ ਮਿਲਣਾ ਹੈ। ਤੁਸੀਂ ਕਿੰਨੀ ਕੁ ਕਰਨੀ ਸ਼ੁਰੂ ਕੀਤੀ ਆ, ਕਿੰਨਾ ਕਰਦੇ, ਇੱਕ ਦੂਏ ਅੱਗੇ ਚੜ੍ਹਾਉਂਦੀਆਂ। ਇੱਥੇ ਗੁਪਤ ਵੀ ਰੂਹਾਂ ਬੜੀਆਂ ਨੇ, ਆਖੋ ਵਾਹਿਗੁਰੂ, ਜਿਹੜੀਆਂ ਆਪਣਾ ਜ਼ਿਕਰ ਹੀ ਨਹੀਂ ਕਰਦੀਆਂ ਵੀ ਮੈਂ ਕੀ ਕਰਦਾ। ਮੇਰੇ ਵਰਗੇ ਤੇ ਕਹਿੰਦੇ ਆ ਨਾ ਵੀ ਬੱਲੇ ਬੱਲੇ ਵੇਖੋ ਭਾਈ ਸਾਹਿਬ ਜੀ, ਮੇਰਾ 2 ਘੰਟੇ ਦਾ ਚੌਂਕੜਾ, ਮੇਰਾ 3 ਘੰਟੇ ਦਾ ਚੌਂਕੜਾ। ਆਖੋ ਵਾਹਿਗੁਰੂ।
ਦੁਨਿਆਵੀ ਧਨ ਬਹੁਤ ਸਾਰੇ ਲੋਕਾਂ ਕੋਲ ਹੁੰਦਾ, ਉਹਦਾ ਵੀ ਲੋਕੀ ਪਤਾ ਨਹੀਂ ਲੱਗਣ ਦਿੰਦੇ ਵੀ ਸਾਡੇ ਕੋਲ ਕੁਛ ਹੈਗਾ। ਆ ਚੋਣਾਂ ਦੇ ਦਿਨ ਚੱਲ ਰਹੇ ਨੇ, ਇੱਕ ਪੇਪਰ ਭਰਨਾ ਹੁੰਦਾ ਜਿਹਦੇ 'ਚ ਆਪਣੀ ਪ੍ਰੋਪਰਟੀ ਸ਼ੋਅ ਕਰਨੀ ਹੁੰਦੀ। ਉੱਥੇ ਲੋਕੀ ਕਹਿੰਦੇ ਮੇਰੇ ਕੋਲ ਤਾਂ ਇੰਨੀ ਕੀ ਹੈ, ਜੋ ਬਾਦਲ ਦਾ ਮੁੰਡਾ ਭਰ ਰਿਹਾ ਉਨੀ ਪ੍ਰੋਪਰਟੀ ਉਹਦੇ ਕੋਲ, ਜੋ ਉਹਦੀ ਨਹੁੰ ਭਰ ਰਹੀ ਇੰਨੀ ਪ੍ਰੋਪਰਟੀ ਉਹਦੇ ਕੋਲ। ਆਖੋ ਵਾਹਿਗੁਰੂ। ਮੇਰਾ ਇਸ਼ਾਰਾ ਸਮਝੋ, ਮੈਂ ਉਹਦੇ ਕੋਲ ਕੁਛ ਨਹੀਂ ਲੈਣਾ, ਨਾ ਤੁਸਾਂ ਲੈਣਾ, ਨਾ ਹੀ ਗੁਰੂ ਕਿਰਪਾ ਕਰੇ ਇਹਨਾਂ ਨਾਲ ਸਾਡੀ ਸੰਗਤ ਹੋਵੇ। ਇੱਕ ਇਸ਼ਾਰਾ ਸੀ ਵੀ ਜੋ ਉੱਥੇ ਫਾਰਮ ਵਿੱਚ ਭਰ ਰਿਹਾ ਕਿ ਇਹਨਾਂ ਲੋਕਾਂ ਕੋਲ ਇੰਨਾ ਹੀ ਪੈਸਾ ਹੈ। ਇਸੇ ਤਰ੍ਹਾਂ ਕਈ ਰੂਹਾਂ ਨੇ ਜਿਹੜੀਆਂ ਆਪਣੀ ਜ਼ਬਾਨ ਨਹੀਂ ਖੋਲ੍ਹਦੀਆਂ ਵੀ ਮੇਰੇ ਕੋਲ ਗੁਰੂ ਦੀ ਕਿੰਨੀ ਕੁ ਬਖਸ਼ਿਸ਼ ਇਕੱਠੀ ਹੋ ਚੁੱਕੀ। ਉਹਨਾਂ ਨੂੰ ਇਨਕਮ ਟੈਕਸ ਦਾ ਡਰ ਆ। ਆਖੋ ਵਾਹਿਗੁਰੂ। ਇੱਥੇ ਹਉਮੈ ਦੀ ਇਨਕਮ ਟੈਕਸ ਦਾ ਡਰ ਆ ਵੀ ਕਿਤੇ ਕਹਿ ਕੇ ਇਹ ਲੋਕੀ ਮੇਰੇ ਪਿੱਛੇ ਨਾ ਪੈ ਜਾਣ ਵੀ ਇਹਦੇ ਕੋਲ ਹੈਗਾ ਏ ਹੈਗਾ ਏ ਹੈਗਾ ਏ, ਛੁਪਾ ਕੇ ਰੱਖਦੇ। ਆਖੋ ਵਾਹਿਗੁਰੂ। ਮਾਈ ਮੈਂ ਧਨ ਪਾਇਓ ਹਰ ਨਾਮ, ਇਸ ਧਨ ਦੀ ਬਰਕਤ ਐਸੀ ਹੋਈ, ਮਨ ਮੇਰੋ ਧਾਵਨ ਤੇ ਛੁਟਿਓ। ਪੜੋ ਭਲਾ। ਕੀ ਇਸ਼ਾਰੇ ਕੀਤੇ ਨੇ, ਕੀ ਇਸ਼ਾਰੇ ਕੀਤੇ ਵੀ ਜਦੋਂ ਦਾ ਉਹ ਆ ਗਿਆ। ਨਹੀਂ, ਮੇਰਾ ਮਨ ਭੱਜਣ ਤੋਂ ਹਟ ਗਿਆ ਹੈ ਹੁਣ, ਤੇ ਸਾਰੇ ਤੇ ਰੌਲਾ ਪਾਈ ਜਾਂਦੇ ਆ। ਰਾਤੀ ਵੀ ਬਾਹਰ ਖਲੋਤੇ, ਇੱਕ ਅੰਦਰ ਜਾਣ ਤੋਂ ਪਹਿਲਾਂ ਕਹਿੰਦੇ ਭਾਈ ਸਾਹਿਬ ਜੀ ਮਨ ਨਹੀਂ ਟਿਕਦਾ। ਮੈਂ ਕਦੋਂ ਦੇ ਲੱਗੇ ਹੋ? ਕਹਿੰਦੇ 30 ਸਾਲ ਹੋ ਗਏ। ਆਖੋ ਵਾਹਿਗੁਰੂ। 30 ਜਨਮ ਵੀ ਲੱਗ ਜਾਣਾ, ਰਾਹ ਨਾ ਛੱਡੀ। ਇਹ ਤੇਰੀ ਮੰਜ਼ਿਲ ਨਹੀਂ, ਤੇਰਾ ਮਨ ਨਹੀਂ ਟਿਕਦਾ। ਨਾ 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 ਨਾ, ਇਹ ਬੋਲ ਨਾਵੇਂ ਪਾਤਸ਼ਾਹ ਦੇ ਨੇ, ਤੇਰੇ ਤੇ ਮੇਰੇ ਨਹੀਂ। ਆਖੋ ਵਾਹਿਗੁਰੂ। 30 ਜਨਮ ਲੱਗ ਜਾਣ ਤੇ ਇਹ ਬਚਨ ਵੀ ਉਦੋਂ ਤੱਕ ਵੇਟ ਕਰੀ ਵੀ ਜਿਹੜੇ ਰਾਹ ਤੇ ਤੁਰ ਪਿਆ ਮੰਜ਼ਿਲ ਜ਼ਰੂਰ ਆਊਗੀ। ਰਾਹ ਸਹੀ ਆ ਨਾ, ਘਰੋਂ 34 ਤੇ ਤੁਰੇ ਹੋ, ਹੁਣ ਤੇ ਉਹ ਰਸਤੇ ਇਹਦੇ 'ਚ ਵੀ ਪਾ ਲਈਦਾ ਵੀ ਮੈਨੂੰ 34 ਲੈ ਜਾਓ, ਆਂਦੀ ਆ ਜਾ ਆ ਜਾ ਆ ਜਾ ਆ ਜਾ, ਇੱਥੇ ਆ ਜਾ, 34 ਆ ਗਈ। ਆਖੋ ਵਾਹਿਗੁਰੂ। ਤੁਸੀਂ ਜਦੋਂ ਰਾਹ ਗੁਰੂ ਨੇ ਇਹ ਦੱਸਿਆ ਵਾ ਵੀ ਸੰਗਤ ਮਿਲੇ ਸੋ ਤਰਿਆ, ਤੇ ਨਾਵਾਂ ਪਾਤਸ਼ਾਹ ਦੀਨ ਦੁਨੀਆ ਦਾ ਮਾਲਕ ਕਹਿੰਦਾ ਵੀ ਮੇਰਾ ਮਨ ਹੁਣ ਧਾਵਨ ਤੋਂ ਛੁੱਟ ਗਿਆ ਏ ਤੇ ਕਰ ਬੈਠੋ। ਜੇ ਨਾਵਾਂ ਪਾਤਸ਼ਾਹ ਇਹ ਕਹਿੰਦਾ ਵੀ ਮੈਂ ਤਾਂ ਇਤਨਾ ਨੱਕ ਫੜਿਆ ਮੇਰਾ ਤਾਂ ਮਨ ਟਿਕਿਆ ਹੈ, ਸਮਝ ਰਹੇ ਹੋ, ਪਕੜ ਰਹੇ ਹੋ। ਜੇ ਨਾਵਾਂ ਪਾਤਸ਼ਾਹ ਕਹਿੰਦਾ ਮੈਂ ਤਾਂ ਜੋਗੀ ਬਣ ਕੇ ਜੰਗਲਾਂ ਨੂੰ ਭੱਜ ਗਿਆ, ਮੇਰਾ ਮਨ ਤਾਂ ਟਿਕਿਆ ਹੈ। ਕਹਾਣੀ ਤੇ ਉਹੀ ਸੁਣਾ ਰਿਹਾ, ਮਾਈ ਮੈਂ ਧਨ ਪਾਇਓ ਹਰ ਨਾਮ, ਤੇ ਤੁਹਾਡੀ ਝੋਲੀ 'ਚ ਵੀ 5 ਪਿਆਰਿਆਂ ਪਾਤਾ ਕੀ? ਬੋਲੋ। ਤੁਹਾਡੀ ਤੇ ਮੇਰੀ ਝੋਲੀ 'ਚ ਵੀ ਤੇ ਉਹੀ ਨਾਮ ਪਿਆ ਕਿ ਕੋਈ ਹੋਰ ਆ? ਆਖੋ ਵਾਹਿਗੁਰੂ। ਜਦੋਂ ਅੰਮ੍ਰਿਤ ਦੀ ਦਾਤ ਦਿੱਤੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸਿੱਖਾਂ ਨੂੰ, ਹੋਰ ਤੇ ਆਪ ਹੋਰ ਜਪਿਆ। ਸਭ ਕੋ ਵਾਹਿਗੁਰੂ ਨਾਮ ਜਪਾਉ, ਕੀ ਆਖਿਆ? 4 ਵਰਨ 1 ਵਰਨ ਕਰਾਉ, ਸਭ ਕੋ ਵਾਹਿਗੁਰੂ ਨਾਮ ਜਪਾਉ। ਆਪ ਕੋਈ ਹੋਰ ਜਪ ਲਿਆ? ਆਖੋ ਵਾਹਿਗੁਰੂ। ਜੋ ਮੰਤਰ ਸਿੱਖ ਨੂੰ ਦਿੱਤਾ ਉਹੀ ਸਰਕਾਰ ਨੇ ਆਪ ਜਪਿਆ, ਤੇ ਉਹ ਜਪਣ ਦਾ ਹੀ ਸਦਕਾ ਹੈ ਵੀ ਨਾਵਾਂ ਪਾਤਸ਼ਾਹ ਬੜੀ ਜੁਰਤ ਨਾਲ ਦ੍ਰਿੜਤਾ ਨਾਲ ਕਹਿ ਰਿਹਾ ਵੀ ਮਾਂ ਜਿੱਦਣ ਦੇ ਮੈਂ ਜੇਬ 'ਚ ਇਹ ਪੈਸੇ ਪਾਏ ਨੇ, ਮੇਰਾ ਮਨ ਹੁਣ ਭੱਜਣ ਨੱਠਣ ਤੋਂ ਛੁੱਟ ਗਿਆ, ਗਲੋਂ ਲੱਥ ਗਿਆ। ਕਦੀ ਕਿਤੇ ਕਦੀ ਕਿਤੇ। ਸੱਚਮੁੱਚੀ ਸੋਚੋ ਤੇ ਸਹੀ, ਜਿਹੜੇ ਇੱਕ ਜਗ੍ਹਾ ਤੇ ਦਰਖਤ ਲੱਗ ਜਾਂਦੇ ਕਿੰਨੇ ਫਲਦੇ ਨੇ। ਆਖੋ ਵਾਹਿਗੁਰੂ। ਜਿਹੜੇ ਬੂਟੇ ਨੂੰ ਇੱਥੋਂ ਪੁੱਟ ਕੇ ਉੱਥੇ, ਇੱਥੋਂ ਪੁੱਟ ਕੇ ਉੱਥੇ, ਕਦੀ 10 ਮਿੰਟ ਲਾਤਾ ਬੂਟਾ, ਕਦੀ ਫਿਰ ਚੁੱਕਤਾ, ਕਦੀ ਲਾਤਾ, ਕਦੀ ਫੜੂਗਾ ਗੁਰੂ ਕੇ ਸਿੱਖੋ। ਮਗਰ ਵੇਟ ਕਰਿਓ, ਫਲ ਜ਼ਰੂਰ ਲੱਗਣਗੇ। ਇਸ ਗੱਲ ਦੇ ਉੱਤੇ ਆਪਣੇ ਆਪ ਨੂੰ ਦ੍ਰਿੜ ਅਡਿੱਗ ਬਣਾ ਲਿਓ, ਫਲ ਜ਼ਰੂਰ ਲੱਗਣਗੇ। ਗੁਰੂ ਕਹਿੰਦਾ ਹੈ ਸਤ ਸੰਗਤ ਵਿੱਚ ਆਣ ਕੇ ਤੇਰਾ ਮਨ ਟਿਕੂਗਾ। ਕੱਲ੍ਹ ਇੱਕ ਬੱਚਾ ਸੀ ਕਹਿੰਦਾ ਮਨ ਨਹੀਂ ਟਿਕਦਾ, ਫਿਰ ਕਈ ਪੁੱਛਦੇ ਗੁਰੂ ਕੇ ਸਿੱਖ, ਆਸ ਕਰਦੇ ਵੀ ਸ਼ਾਇਦ ਇਸ ਬੁੱਢੇ ਨੂੰ ਕੋਈ ਪਤਾ ਹੋ। ਮੈਂ ਤਾਂ ਇਹੀ ਗੱਲ ਕਹਿੰਦਾ ਵੀ ਸਿੱਖੋ, ਅੰਮ੍ਰਿਤ ਵੇਲੇ ਉੱਠਣਾ ਇਹ ਹੁਕਮ ਮੰਨਣਾ ਹੈ, ਇਹ ਪੌਦਾ ਲਾਉਣਾ ਹੈ। ਆਖੋ ਵਾਹਿਗੁਰੂ। ਅੰਮ੍ਰਿਤ ਵੇਲੇ ਉੱਠ ਕੇ ਵਾਹਿਗੁਰੂ 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 ਕਰਨਾ ਇਹ ਹੁਕਮ ਮੰਨਣਾ ਹੈ। ਮਨ ਟਿਕੇ ਨਾ ਟਿਕੇ ਇਹ ਮੇਰੀ ਜ਼ਿੰਮੇਵਾਰੀ ਨਹੀਂ। ਜਿਹਦਾ ਹੁਕਮ ਮੰਨ ਰਹੇ ਹੋ, ਤੁਸੀਂ ਕਿਸੇ ਦੀ ਫੈਕਟਰੀ ਵਿੱਚ ਜਾਂਦੇ ਹੋ, ਉਹਦਾ ਹੁਕਮ ਆ ਵੀ ਸਵੇਰੇ 8 ਵਜੇ ਆ ਜਾਵੇ,
ਸਵੇਰੇ 10 ਵਜੇ ਆ ਜਾ, ਸਮਝ ਰਹੇ ਹੋ? ਸਵੇਰੇ 8 ਵਜੇ ਪਹੁੰਚ ਜਾਈ, ਸਵੇਰੇ 10 ਵਜੇ ਪਹੁੰਚ ਜਾਈ। ਜਿਹੜਾ ਬੰਦਾ 8 ਵਜੇ ਪਹੁੰਚਦਾ, 10 ਵਜੇ ਪਹੁੰਚਦਾ ਹੈ, ਮਹੀਨੇ ਬਾਅਦ ਉਹਨੂੰ ਪੇ ਚੈੱਕ ਮਿਲਦਾ ਹੈ। ਤੁਸੀਂ ਡਰਦੇ ਕਿ ਮਹੀਨਾ ਵੀ ਨਹੀਂ ਅਜੇ ਹੋਇਆ, ਪਹਿਲੇ ਦਿਨ ਹੀ ਕਹਿੰਦੇ ਹੋ? ਤੁਸੀਂ 20 ਸਾਲਾਂ ਨੂੰ ਪਹਿਲਾ ਦਿਨ ਹੀ ਕਿਉਂ ਨਹੀਂ ਮੰਨਦੇ? ਫਲ ਤਾਂ ਉਦੋਂ ਲੱਗਣਾ ਸ਼ੁਰੂ ਹੋਣਾ ਜਿੱਦਣ ਗੱਡਿਆ ਜਾਊ ਬੂਟਾ। ਕੀ? ਕਲਮ ਜਿੱਦਣ ਧਰਤੀ 'ਚ। ਤੇ ਅਜੇ ਕੋਸ਼ਿਸ਼ ਕਰੋ ਵੀ ਇਹਨੂੰ ਗਹਿਰਾ ਗੱਡੋ, ਫਲ ਜ਼ਰੂਰ ਲੱਗੂ। ਗੁਰੂ ਸਾਹਿਬ ਕਹਿ ਰਹੇ ਵੀ ਜਿਤੜੇ ਫਲ ਮਨ ਬਾਛੀਏ। ਤੇ ਜੇ ਗੁਰੂ ਸਾਹਿਬ ਜੀ ਕਹਿ ਰਹੇ ਆ ਤੇ ਇੱਥੇ ਸਭ ਕੁਛ ਹੈਗਾ, ਡਰੋ ਨਾ। ਵਾਹਿਗੁਰੂ ਵਾਹਿਗੁਰੂ। ਟਿਕ ਕੇ ਵੀ ਟਿਕ ਕੇ। ਵਾਹਿਗੁਰੂ 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 ਵਾਹਿਗੁਰੂ। ਧੁਨੀ 'ਚ ਧੁਨੀ 'ਚ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਫਿਰ ਥੋੜ੍ਹਾ ਜਿਹਾ ਹੋਰ ਧਿਆਨ ਦਿਓ। ਇਹ ਜੇਬ ਦੇ ਵਿੱਚ 500 ਰੁਪਈਆ ਤੁਹਾਡੇ, ਇਹ ਜਿਹੜਾ ਦੁਨਿਆਵੀ ਹੈ, ਵਿੱਚੋਂ 40 ਖਰਚ ਤੇ 500 ਨਹੀਂ ਰਿਹਾ, 460 ਹੋ ਗਏ ਨੇ। ਹੁਣ ਤੁਹਾਨੂੰ 500 ਨਹੀਂ ਕਹਿ ਸਕਦਾ। ਇਹ ਜਿਹੜਾ ਪਰਮੇਸ਼ਵਰ ਦੇ ਨਾਮ ਦਾ ਧਨ ਆ, ਆਖੋ ਵਾਹਿਗੁਰੂ। ਖਾਵੇਂ ਰਲ ਮਿਲ ਭਾਈ। ਕੀ ਆਖਿਆ? ਬੋਲਿਆ ਤਾਂ ਕਰੋ ਬਾਣੀ ਦੇ ਬਚਨ ਵੀ ਮੇਰਾ ਗੁਰੂ ਇਸ਼ਾਰਾ ਕਰ ਰਿਹਾ ਵੀ ਇਹਦੇ ਵਿੱਚੋਂ ਸ਼ਬਦ ਅਖੁੱਟ ਬਾਬਾ ਨਾਨਕਾ ਖਾਹੇ ਖਰਚ। ਇਹ ਗੱਲਾਂ ਕੰਨ ਰਸ ਨਾ ਬਣਾਇਓ, ਉੱਤਰ ਜਾਣ ਉਪਦੇਸ਼ ਬਣ ਕੇ ਅੰਦਰ ਵੀ ਹੁਣ ਉਹ ਧਨ ਇਕੱਠਾ ਕਰਨਾ ਜਿਹੜਾ ਮੁੱਕਦਾ ਨਹੀਂ। ਤੋਟ ਨਾਹੀਂ ਰੇ ਮੂਕੇ, ਨਾ ਤੋਟ ਆਉਂਦੀ ਨਾ ਮੁੱਕਦਾ। ਇਹ ਧਨ ਨਾ ਨਖੁੱਟੇ ਨਾ ਜਾਏ। ਨਖੁੱਟੇ ਬਣੇ ਖਤਮ ਨਹੀਂ ਹੁੰਦਾ। ਇਹਦੇ ਤੇ ਜੁੜ ਜਾ, ਨਾਵੇਂ ਪਾਤਸ਼ਾਹ ਦੇ ਇਸ਼ਾਰੇ ਸਮਝ ਲਾ ਤੇ ਲੱਗਾ ਰਹੀਂ। ਆਖੋ ਵਾਹਿਗੁਰੂ। ਕੀ ਅੰਬ ਲਾ ਕੇ ਜ਼ਿਮੀਂਦਾਰ 20 ਸਾਲ ਉਹਦੀ ਵੇਟ ਕਰਦਾ ਏ। ਹੁਣ ਤੇ ਉਹ ਟੀਕੇ ਟੂਕੇ ਵਾਲੇ ਬਣ ਗਏ। ਆਖੋ ਵਾਹਿਗੁਰੂ। ਕੀ ਕਿਹਾ? ਟੀਕੇ ਟੂਕੇ ਵਾਲੇ ਅੰਬ ਨੇ ਥੋੜ੍ਹੇ ਜਿਹੇ ਦਿਨਾਂ 'ਚ ਹੀ। ਪਤਾ ਮਨੁੱਖਤਾ ਨੂੰ ਬਿਮਾਰ ਕਿਹਨੇ ਕੀਤਾ ਹੈ? ਜਿਹੜੇ ਟੀਕਿਆਂ ਵਾਲੇ ਅੰਬ ਖਾਣ ਲੱਗ ਪਏ। ਆ ਗਈ ਟੀਕੇ ਦੀ ਕਹਾਣੀ ਕੱਲ੍ਹ ਵਾਲੀ। ਆਖੋ ਵਾਹਿਗੁਰੂ। ਦੇਹਰਾਦੂਨ ਗਿਆ ਕਥਾ ਕਰਨ, ਸੁਣਿਓ ਧਿਆਨ ਨਾਲ। ਇੱਕ ਪੜਪੂੰਜਾ ਆ ਗਿਆ ਮੇਰੇ ਕੋਲ। ਪੜਪੂੰਜੇ ਦਾ ਪਤਾ ਜੇ? ਹਾਂਜੀ ਨਹੀਂ, ਉਸ ਭਾਸ਼ਾ 'ਚ ਕਿਤੇ ਉੱਧਰ ਦੇਹਰਾਦੂਨ ਕਹਿੰਦੇ ਜਿਹੜਾ ਬਾਹਰ ਜੰਗਲਾਂ 'ਚੋਂ ਲੱਕੜੀਆਂ ਲੁਕੜੀਆਂ ਲਿਆਉਂਦਾ, ਪੜਪੂੰਜਾ ਉਹਨੂੰ ਕਹਿੰਦੇ ਆ। ਉਹਨਾਂ ਨੇ ਕਿਹਾ ਸੀ ਮੈਂ ਪੜਪੂੰਜਾ ਹੈ ਜੀ। ਮੈਂ ਦੱਸੋ? ਆਖੋ ਵਾਹਿਗੁਰੂ। ਕਹਿੰਦਾ ਮੈਨੂੰ ਪਤਾ ਲੱਗਾ ਸੀ ਵੀ ਤੁਸੀਂ ਕਥਾ ਕਰਦੇ ਹੋ, ਰਾਤੀ ਤੁਸੀਂ ਕਥਾ ਕੀਤੀ, ਮੇਰੇ ਕਿਸੇ ਨੇ ਜ਼ਿਕਰ ਕੀਤਾ ਅਤੇ ਮੈਂ ਤੁਹਾਨੂੰ ਅੰਬ ਖਵਾਉਣੇ। ਸੁਣਿਓ, ਖੋਪਰੀ 'ਚ ਪੈ ਗਈ ਅਤੇ ਗੱਲ ਬੜੀ ਪਿਆਰੀ। ਮੈਂ ਤੁਹਾਨੂੰ ਅੰਬ ਖਵਾਉਣੇ ਆ। ਮੈਂ ਕਿਹਾ ਮੈਨੂੰ ਸ਼ੂਗਰ ਆ, ਮੈਂ ਅੰਬ ਚੂਪ ਨਹੀਂ ਸਕਦਾ। ਕਹਿੰਦਾ ਫਿਰ ਤੂੰ ਟੀਕਿਆਂ ਵਾਲੇ ਖਾਧੇ ਨੇ। ਨਹੀਂ ਪਤਾ ਲੱਗਾ। ਅੰਬ ਤੂੰ ਬਾਜ਼ਾਰੀ ਖਾਧੇ ਨੇ। ਪਤਾ ਲੱਗ ਰਿਹਾ? ਮੈਂ ਸਵੇਰੇ ਅੰਬ ਲਿਆਉਣੇ ਨੇ, ਸ਼ੂਗਰ ਚੈੱਕ ਕਰ ਛੱਡੀ। ਆਖੋ ਵਾਹਿਗੁਰੂ। ਅਤੇ ਕੋਲ ਬਹਿ ਕੇ ਮੈਂ ਤੈਨੂੰ ਪੂਰੀ ਬਾਲਟੀ ਦੀ ਬਾਲਟੀ ਅੰਬ 'ਚ ਪਾਉਣੇ, ਮੈਂ ਤੇਰੇ ਕੋਲ ਬਹਿ ਕੇ। ਅਤੇ 2 ਘੰਟਿਆਂ ਬਾਅਦ ਫਿਰ ਮੈਂ ਤੇਰੀ ਸ਼ੂਗਰ ਚੈੱਕ ਮੇਰੇ ਸਾਹਮਣੇ ਕਰਾਉਣੀ। ਸੱਚੀ ਮੁੱਚੀ ਉਹ ਬਜ਼ੁਰਗ ਜੰਗਲ ਵਿੱਚੋਂ ਪੱਕੇ ਹੋਏ ਅੰਬਾਂ ਦੀ ਬਾਲਟੀ ਭਰ ਲਿਆ ਅਤੇ ਧੋ ਕੇ ਮੈਨੂੰ ਆਖਿਆ ਛੱਕ ਛੱਕ ਛੱਕ। ਮੈਂ ਆਖਾਂ ਕਿਸੇ ਏਜੰਸੀ ਦਾ ਭੇਜਿਆ ਨਾ ਹੋਵੇ ਵੀ ਪ੍ਰਚਾਰਕ ਮਾਰ ਦਿਓ।
ਹੋਰ ਕੀ ਹੋ ਸਕਦਾ? ਮਨ ਦੇ ਵਿੱਚ ਤੇ ਆਉਂਦੇ ਇਹਨਾਂ ਵਿਚਾਰ ਵੀ ਇੰਨਾ ਮੇਰੇ ਤੇ ਦਿਆਲੂ ਵੀ ਕਿਸ ਤਰ੍ਹਾਂ ਹੋ ਗਿਆ ਜਿਹੜਾ ਕਹਿੰਦਾ ਛਕ ਬਾਲਟੀ ਛਕ ਬਾਲਟੀ। ਚੱਲ ਛਕ ਛਕੋ ਭਾਈ ਸਾਹਿਬ, ਵਿਚਾਰ ਨਹੀਂ ਕਰਨੀ, ਛਕੋ। ਛਕ ਗਿਆ ਸੱਚਮੁੱਚ। 2 ਘੰਟੇ ਬਾਅਦ ਜਦੋਂ ਚੈੱਕ ਕੀਤੀ ਤੇ ਅੱਗੇ ਨਾਲੋਂ 100 ਪੁਆਇੰਟ ਘਟੀ। ਮੈਂ ਕਿਹਾ ਇਹ ਕੀ ਕਰਿਸ਼ਮਾ ਹੀ, ਕੋਈ ਕਰਾਮਾਤੀ ਬੰਦਾ ਹੈ? ਕਹਿੰਦਾ ਨਹੀਂ, ਕਰਾਮਾਤ ਤੇ ਕੁਦਰਤ ਦੀ 24 ਘੰਟੇ ਹੋ ਰਹੀ। ਇਹ ਉਹ ਫਲ ਨੇ ਜਿਨ੍ਹਾਂ ਨੂੰ ਮਿੰਟ 'ਚ ਨਹੀਂ ਪਕਾਇਆ। ਨਹੀਂ ਸਮਝ ਰਹੇ? ਇਹ ਉਹ ਫਲ ਨੇ ਜਿਨ੍ਹਾਂ ਨੂੰ ਟੀਕਾ ਲਾ ਕੇ ਨਹੀਂ ਪਕਾਇਆ। ਇਹ ਕੁਦਰਤ ਦੀ ਹਵਾ ਨਾਲ ਪਲੇ ਨੇ, ਕੁਦਰਤ ਦੇ ਪਾਣੀ ਨਾਲ ਪਲੇ ਨੇ, ਅਤੇ ਕੁਦਰਤ ਦੀ ਸੜਦੀ ਧੁੱਪ ਨੇ ਇਹਦੇ ਵਿੱਚੋਂ ਕੱਚਾਪਨ ਸਾੜਿਆ। ਨਹੀਂ ਪਤਾ ਲੱਗਾ ਜਿਹੜਾ ਇਹਦੇ 'ਚ ਕੱਚਾਪਨ ਸੀ, ਧੁੱਪਾਂ ਦੇ ਵਿੱਚ ਰਹਿ ਰਹਿ ਕੇ ਪੱਕਾ ਹੈ। ਅਤੇ ਮੈਨੂੰ ਕਹਿੰਦਾ ਆਇਆ ਸਵਾਦ? ਮੈਂ ਕਿਹਾ ਕੋਈ ਗਹਿਰਾ ਬਚਨ ਆ ਬਾਬਾ, ਜੰਗਲ 'ਚ ਰਹਿਣ ਵਾਲਾ ਹੈ, ਕੋਈ ਦੱਸ ਨਾ ਅੰਦਰਲੀ ਕੀ ਗੱਲ ਕਹਿਣੀ ਚਾਹੁੰਦਾ। ਕਹਿੰਦਾ ਕਹਿ ਸੰਗਤ ਨੂੰ ਜਿਹੜੇ ਟੀਕੇ ਲਾ ਕੇ ਸੰਤ ਬਣਾਏ ਨੇ ਇਹ ਤੁਹਾਨੂੰ ਬਿਮਾਰ ਕਰਨਗੇ। ਕੁਦਰਤ ਦੀ ਸਾਰੀ ਸਾਰੀ ਰਾਤ ਤਪੱਸਿਆ ਕਰਕੇ ਕੋਈ ਬਣਿਆ ਸੰਤ ਮਿਲ ਜਾਏ, ਉਹ ਤੁਹਾਡੀਆਂ ਕੁਲਾਂ ਦੇ ਵਿੱਚੋਂ ਰੋਗ ਕੱਢ ਦੂ। ਮਗਰ ਉਹ ਮਿਲੇ ਕਿੱਥੋਂ? ਹੁਣ ਕੌਣ ਲੱਭ ਕੇ ਲਿਆਵੇ? ਸੌਖੀ ਜੀ ਤੇ ਕਹਾਣੀ ਆ, ਇੱਥੋਂ ਜਾਓ ਮੰਡੀ ਦੇ ਵਿੱਚ ਤੇ ਪੇਟੀ ਚੁੱਕ ਲਿਆਓ ਅੰਬਾਂ ਦੀ। ਜਿਸ ਤਰ੍ਹਾਂ ਅੰਬਾਂ ਦੀ ਪੇਟੀ 1 ਮਿੰਟ 'ਚ ਮਿਲ ਸਕਦੀ ਆ, ਉਹ ਵੀ ਟੀਕੇ ਵਾਲਿਆਂ ਦੀ। ਇਸ ਤਰ੍ਹਾਂ ਬਹੁਤ ਸਾਰੇ ਗਿਆਨੀ ਨੇ, ਬਹੁਤ ਸਾਰੇ ਸੰਤ ਨੇ ਜਿਨ੍ਹਾਂ ਨੂੰ ਟੀਕਾ ਲੱਗਾ ਹੈ ਵੀ ਵੇਖਣ ਨੂੰ ਤੁਸੀਂ ਅੰਬ ਹੋ ਗਏ, ਵਿੱਚ ਅਸੀਂ ਆਪਣੀ ਚੀਜ਼ ਭਰਤੀ। ਪਕੜ ਰਹੇ ਹੋ ਗੁਰੂ ਕੇ ਸਿੱਖੋ? ਵਿੱਚ ਅਸੀਂ ਇਸ ਤਰ੍ਹਾਂ ਹੀ ਇਸ ਸਟੇਜ 'ਤੇ ਬੈਠਾ ਹੈ ਟੀਕੇ ਵਾਲਾ, ਅਤੇ ਤੁਸੀਂ ਬੜਾ, ਕਿਉਂਕਿ ਅਸੀਂ ਸੁਣਦੇ ਹੀ ਨਹੀਂ। ਅਗਲਾ ਕਹਿ ਕੀ ਰਿਹਾ? ਆਖੋ ਵਾਹਿਗੁਰੂ। ਅਗਲਾ ਇਹ ਸਾਡਾ ਲੈਣਾ ਦੇਣਾ ਨਹੀਂ। ਸਾਡਾ ਫਰਜ਼ ਹੋ ਗਿਆ ਟੋਕਰੀ 'ਚ 10 ਰੁਪਈਏ ਰੱਖ ਕੇ। ਭਾਈ ਆਇਆ ਸੀ, ਅਸੀਂ 10-10 ਰੁਪਈਏ ਕਰਕੇ ਉਹਨੂੰ 500 2000 ਰੁਪਈਆ ਸਟੇਜ 'ਤੇ ਦਿੱਤਾ ਹੈ। ਸਟੇਜ ਤੋਂ ਉਹਨੇ ਕੀ ਦਿੱਤਾ? ਤੁਹਾਨੂੰ 10 ਰੁਪਈਏ ਦਿੱਤੇ ਦਾ ਚੇਤਾ ਹੈ? ਨਹੀਂ ਪਤਾ ਲੱਗਾ? ਜਿਹੜੇ ਤੁਸੀਂ ਜੇਬ 'ਚੋਂ, ਉਹਦਾ ਤੁਹਾਨੂੰ ਚੇਤਾ ਹੈ ਵੀ ਮੈਂ ਗੁਰਦੁਆਰੇ ਜਾ ਕੇ 10 ਰੁਪਈਏ ਦਿੱਤੇ ਸੀ, ਉਹ ਸ਼ਾਮ ਤੱਕ ਚੇਤਾ ਹੈ। ਮੈਂ ਉਹਦੇ ਕੋਲੋਂ ਕੀ ਲਿਆ? ਲੈਣਾ ਚਾਹੁੰਦੇ ਹੀ ਨਹੀਂ। ਜਿੱਦਣ ਤੁਸੀਂ ਟੀਕਿਆਂ ਵਾਲੇ ਗਿਆਨੀਆਂ ਕੋਲੋਂ ਬਚ ਗਏ, ਟੀਕਿਆਂ ਵਾਲੇ ਸੰਤਾਂ ਕੋਲੋਂ ਬਚ ਗਏ, ਸੱਚਮੁੱਚ ਹੁਣ ਤਾਂ ਕਈ ਨਸਲਾਂ ਲੱਗਣਗੀਆਂ ਇਹਨਾਂ ਦੇ ਪ੍ਰਭਾਵ 'ਚੋਂ ਨਿਕਲਦਿਆਂ। ਜਿਹਦਾ ਪਿਓ ਕਿਸੇ ਸੰਤ ਕੋਲ ਗਿਆ, ਪੁੱਤ ਨੇ ਉੱਥੇ ਜਾਣਾ ਹੀ ਜਾਣਾ ਹੈ। ਮੇਰਾ ਡੈਡੀ ਪਾਗਲ ਨਹੀਂ ਸੀ ਜਿਹੜਾ ਪਾਗਲ ਹੋ ਕੇ ਉੱਤੇ ਵਿਸ਼ਵਾਸ ਕਰਦਾ ਸੀ। ਪਤਾ ਲੱਗ ਗਿਆ ਜੀ? ਹੁਣ ਮੈਂ ਸ਼ਬਦ ਵੱਲ ਆ ਜਾ। ਆਖੋ ਵਾਹਿਗੁਰੂ। ਮਾਈ ਮੈਂ ਧਨ ਪਾਇਓ, ਹਰੀ ਦੇ ਨਾਮ ਦੀ ਪ੍ਰਾਪਤੀ ਕਰੋ, ਇਹਦੀ ਇਹ ਨਿਸ਼ਾਨੀ ਹੋਊਗੀ। ਜਿੱਦਣ ਕੋਲ ਆ ਗਿਆ ਉਦਣ ਟਿਕਾਓ ਆ ਗਿਆ। ਮਨ ਮੇਰੋ ਧਾਵਨ ਤੇ ਛੁੱਟਿਓ, ਕਰ ਬਿਠੋ। ਫਿਰ ਬੋਲੋ, ਕਰ ਬਿਠੋ। ਵਿਸ਼ਰਾਮ 'ਚ ਜਿੱਦਣ ਆ ਜਾਓਗੇ, ਸਮਝ ਲਓ ਅਸਲੀ ਨਾਮ ਦਾ ਧਨ ਮੈਨੂੰ ਮਿਲ ਗਿਆ ਹੈ। ਹਰੀ ਨਾਮ ਹੀ ਨਾਮ ਲਿਆ ਹੈ। ਅੱਗੇ ਵੀ ਕਿਹਾ ਸੀ ਵੀ ਜਾਂ ਤਾਂ ਕਹੋ ਨੇ ਕਿਹਾ ਮੈਂ ਤੇ ਕੰਨ ਪੜਵਾਏ ਮੇਰਾ ਤਾਂ ਮਨ ਟਿਕਿਆ। ਹੁਣ ਤੇ ਸਾਰੀਆਂ ਗੱਲਾਂ ਤੇ ਕਾਂਟਾ ਮਾਰ ਦਿਓ ਵੀ ਗੁਰੂ ਤੇਗ ਬਹਾਦਰ ਸਾਹਿਬ ਨੇ ਇਹ ਜ਼ਿਕਰ ਨਹੀਂ ਕੀਤਾ ਵੀ ਮੈਂ ਜੰਗਲ ਨੂੰ ਭੱਜ ਗਿਆ, ਮੈਂ ਦਾਨ ਕੀਤਾ, ਮੈਂ ਪੁੰਨ ਕੀਤਾ। ਸਗਲੋਂ ਇੱਥੋਂ ਤੱਕ ਵੀ ਕਿ ਤੀਰਥ ਵਰਤਰ ਦਾਨ ਕਰ, ਮਨ ਮੈਂ ਧਰੇ ਗੁਮਾਨ। ਇਹਨਾਂ ਸਾਰਿਆਂ 'ਤੇ ਆਪ ਹੀ ਬਾਪੂ ਨੇ ਕਾਂਟਾ ਮਾਰਤਾ ਵੀ ਇਹਨਾਂ ਗੱਲਾਂ ਨਾਲ ਰੱਬ ਨਹੀਂ ਉਹ ਮਿਲਣਾ। ਐ ਨਾਲ ਮਾਈ ਮੈਂ ਧਨ ਪਾਇਓ ਹਰਨਾਮ। ਅੱਜ ਦੇ ਸ਼ਬਦੀ ਆਓ ਵਿਚਾਰ ਕਰੀਏ। 1 ਮਿੰਟ ਹੋਰ ਲਾ ਲਓ, ਜੇ ਕਿਤੇ ਗਏ ਹੋ ਤਾਂ ਮੁੜ ਆਓਗੇ। ਵਾਹਿਗੁਰੂ ਵਾਹਿਗੁਰੂ। ਜੁੜੋ ਜੀ, ਜੁੜੋ ਜੁੜੋ। ਵਾਹਿਗੁਰੂ 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 ਵਾਹਿ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਅੱਜ ਦੇ ਤੁਕ ਵਿੱਚ ਰਹਾਓ ਵਿੱਚ ਸਰਕਾਰ ਨੇ ਲਿਖਿਆ ਵੀ ਮੇਰੇ ਮਨ ਆਵਾਜ਼ ਮਾਰੋ, ਬੋਲਾ ਜੇ, ਅੰਨਾ ਜੇ,
ਗੁਰਬਾਣੀ 'ਚ ਲਿਖਿਆ ਇਹ ਮਨ ਅੰਨਾ ਬੋਲਾ ਹੈ, ਇਹਨੂੰ ਵਿਖਾਓਗੇ ਕੀ? ਇਹਨੂੰ ਜਿਹੜਾ ਹੈ ਹੀ ਤੇ ਜਿਹੜਾ ਹੈ ਹੀ ਇਹਨੂੰ ਸੁਣਾਓਗੇ ਕੀ? ਹਾਂ, ਤੁਹਾਡੀ ਆਵਾਜ਼ ਨਹੀਂ ਇਹਨੇ ਸੁਣਨੀ, ਗੁਰੂ ਦੀ ਸੁਣ ਲਓ। ਅੰਨਾ ਵੇਖ ਲੂਗਾ, ਸੁਣੇ ਗੁੰਗ ਜੋ ਯਾਹੇ। ਜਿਹੜੇ ਗੁਰੂ ਦੀ ਗੱਲ ਹੈ ਨਾ, ਇਹ ਅੰਨੇ ਮਨ ਨੂੰ ਵਿਖਾ ਵੀ ਸਕਦੀ ਤੇ ਦਿਖਾ ਵੀ ਸਕਦੀ ਤੇ ਬੁਲਾ ਵੀ ਸਕਦੀ ਤੇ ਸੁਣਾ ਵੀ ਸਕਦੀ। ਹੋਵੇ ਗੁਰੂ ਦੀ। ਤੀਰ ਬੜਾ ਤਕੜਾ ਹੈ, ਤੀਰ ਇੱਕੋ ਹੀ ਪੁਰਪੜੀ 'ਚ ਮਾਰਿਆ ਸੀ ਤੇ ਜਿਹੜੀ ਪੌੜੀ ਚੜ੍ਹਦਾ ਆਉਂਦਾ ਸੀ ਸਿਰ ਭਾਰ ਡਿੱਗਾ ਥੱਲੇ ਜਾ ਕੇ। ਗੁਰੂ ਦੇ ਤੀਰ 'ਚ ਬੜਾ ਬਲ ਜੇ। ਗੁਰਬਾਣੀ ਦੇ ਜਿੰਨੇ ਬਚਨ ਨੇ ਮੇਰੇ ਗੁਰੂ ਦੇ ਤੀਰ ਜੇ। ਮੇਰੇ ਮਨ ਪ੍ਰੇਮ ਲੱਗੋ, ਇਹ ਤੀਰ ਜੇ, ਤੀਰ ਰਾਮ ਭਗਤ ਅਨਿਆਲੇ ਤੀਰ, ਅਨਿਆਲੇ ਤੀਰ। ਇਹਨਾਂ ਨੂੰ ਕਿਤੇ ਥੋੜ੍ਹਾ ਜਿਹਾ ਇਹਨਾਂ ਦੇ ਅੱਗੇ ਹੋ ਜਾਓ, ਪਾੜ ਕੇ ਰੱਖ ਦੇਣਗੇ। ਅੱਗੇ ਕੋਈ ਨਹੀਂ ਨਾ ਹੋਇਆ, ਹਰ ਬੰਦਾ ਬਚਦਾ ਹੈ। ਜਦੋਂ ਕੋਈ ਗੱਲ ਤੱਤ ਦੀ ਕਰਨ ਲੱਗੀਏ ਉਦੋਂ ਵਿੱਚੋਂ ਭੱਜ ਜਾਂਦਾ, ਕਹਿੰਦਾ ਇਹਦਾ ਤਾਂ ਕੰਮ ਹੀ ਹੈ ਬਾਬਿਆਂ ਨੂੰ ਨਿੰਦਣਾ, ਦੂਸਰਿਆਂ ਨੂੰ ਨਿੰਦਣਾ। ਮੇਰਾ ਕਿਸੇ ਬਾਬੇ ਕੁਝ ਨਹੀਂ ਵਿਗਾੜਿਆ, ਨਾ ਮੇਰੇ ਪੁੱਤ ਨੇ ਉੱਥੇ ਜਾਣਾ, ਨਾ ਮੇਰੀ ਧੀ ਨੇ ਜਾਣਾ। ਮਨੁੱਖਤਾ ਦੇ ਭਲੇ ਲਈ ਬਾਬੇ ਨਾਨਕ ਨੇ ਵੀ ਇਹਨਾਂ ਨੂੰ ਕਿਹਾ ਹੈ, ਆਖੋ ਵਾਹਿਗੁਰੂ। ਥੰਮੇ ਕੋਈ ਨਾ ਸਾਧ ਬਿਨ, ਬੋਲੋ। ਡਾਊਨਫਾਲ ਜਾਂਦੀ ਬੰਦੇ ਦੀ ਸੁਰਤ ਨੂੰ, ਸਾਧੂ ਤੋਂ ਬਿਨਾਂ ਕੋਈ ਨਹੀਂ ਥੰਮ ਸਕਦਾ। ਇਹਦੇ 'ਚ ਕੋਈ ਸ਼ੱਕ ਨਹੀਂ ਵੀ ਸਾਧੂ ਹੀ ਥੰਮੂ। ਮਗਰ ਬਾਬੇ ਨਾਨਕ ਨੂੰ ਭਾਈ ਗੁਰਦਾਸ ਜੀ ਕਹਿੰਦੇ, ਪੁੱਛਿਆ ਸਿੱਖਾਂ ਨੇ ਵੀ ਤੁਸੀਂ ਸਾਰੀ ਦੁਨੀਆ ਦਾ ਭਰਮਣ ਕੀਤਾ, ਕਿੰਨੇ ਕੁ ਸਾਧੂ ਮਿਲੇ? ਇਹ ਤੇ ਗੱਲ ਸੌਖੀ ਆ, ਸੁਰਤ 'ਚ ਪਾਓ। ਕੀ ਭਲਾ ਵੀ ਸਾਰੀ ਦੁਨੀਆ ਦਾ ਚੱਕਰ ਲਾਇਆ, 4 ਉਦਾਸੀਆਂ ਕੀਤੀਆਂ ਜੇ, ਤੁਹਾਨੂੰ ਕਿੰਨੇ ਮਿਲੇ? ਤੇ ਬਾਬੇ ਨੇ ਆਖਿਆ, ਸਾਧ ਨਾ ਦਿਸੇ ਜੱਗ ਵਿੱਚ ਕੋਆ। ਬੋਲੋ ਭਲਾ। ਫਿਰ ਫਰਕ ਹੈ ਨਾ ਸਾਡੀ ਵੇਖਣੀ 'ਚ ਤੇ ਬਾਬੇ ਦੀ ਵੇਖਣੀ 'ਚ। ਬਾਬੇ ਦੀ ਕਸਵੱਟੀ 'ਚ ਤੇ ਸਾਡੀ ਕਸਵੱਟੀ 'ਚ ਫਰਕ ਆ। ਦਾਸ ਤਾਂ ਆਪਣੀ ਰਸਨਾ ਤੋਂ ਜਿਹੜੇ ਟਾਈਮ ਇਸ ਗੱਲ ਤੇ ਲਾਉਂਦਾ ਹੈ ਨਾ, ਇਸੇ ਕਰਕੇ ਲਾਉਂਦਾ ਵੀ ਲੋਕੋ ਮੈਂ ਤਾਂ ਗੁਰੂ ਗੋਬਿੰਦ ਸਿੰਘ ਦੀ ਕਿਰਪਾ ਨਾਲ ਗਿਆ ਜੇ ਬਚ, ਮੈਨੂੰ ਤੇ ਲਿਆ ਜੇ ਮੇਰੇ ਬਾਪੂ ਨੇ ਬਚਾ। ਮੇਰੇ ਲਈ ਤਾਂ ਕੋਈ ਸੋਨੇ ਦੇ ਕੱਪੜੇ ਪਾ ਕੇ ਵੀ ਆਖੇ ਮੈਂ ਸਾਧੂ, ਮੈਂ ਨਹੀਂ ਮੰਨਦਾ। ਮੈਂ ਤਾਂ ਕਹੂੰ ਤੇਰਾ ਬੋਲ ਮੈਨੂੰ ਕਹੂਗਾ ਵੀ ਇਹ ਸਾਧੂ ਆ, ਤੇਰਾ ਭੇਸ ਨਹੀਂ। ਉੱਤਮ ਸਲੋਕ ਜੇ ਤੇ ਤੇਰੀ ਰਸਨਾ ਤੋਂ ਅਮਲੀਕ ਲਾਲ ਇਹ ਰਤਨ, ਅਮੋਲਕ ਰਤਨ ਨਿਕਲ ਕੇ ਤੇਰੇ ਮੂੰਹ ਦੇ ਵਿੱਚੋਂ, ਤੇ ਮੈਂ ਸਮਝੂੰਗਾ ਇਹ ਸਾਧੂ ਆ। ਮੈਂ ਕੱਪੜਿਆਂ ਨੂੰ ਸਾਧੂ ਨਹੀਂ ਕਹਿਣਾ। ਆਖੋ ਵਾਹਿਗੁਰੂ। ਤੁਹਾਨੂੰ ਮੈਂ ਕਹਿੰਦਾ ਆਪਣੀਆਂ ਨਸਲਾਂ ਬਚਾ ਲਓ। ਇੱਥੇ ਧੀਆਂ ਆਈਆਂ ਸੀ ਕੱਲ੍ਹ ਲੁਧਿਆਣੇ ਤੋਂ। ਆਖੋ ਵਾਹਿਗੁਰੂ। ਸ਼ਬਦ ਦੀਆਂ ਹੀ ਆਸ਼ਕ ਸੀ। ਮੀਂਹ ਵਰਦੇ 'ਚ ਆਈਆਂ, ਠੰਡ ਵਿੱਚ ਆਈਆਂ। ਤੇ ਮੈਂ ਕਿਹਾ ਪੁੱਤ ਲੁਧਿਆਣਿਓਂ ਦੀਵਾਨ ਹੀ ਸੁਣਨ ਆਈਆਂ ਹੋ ਕਿ ਮੈਨੂੰ ਸੁਣਨ ਆਈਆਂ ਸੋ? ਆਖੋ ਵਾਹਿਗੁਰੂ। ਚੁੱਪ ਸੀ। ਤੇ ਮੈਂ ਦਾਸ ਨੇ ਉਹਨਾਂ ਨੂੰ ਬੇਨਤੀ ਕੀਤੀ, ਜੇ ਉਹ ਸਰੀਰਾਂ ਵਾਲੇ ਸਾਧ ਜਾਲ ਨੇ ਨਾ, ਤੇ ਇਹ ਵੀ ਜਾਲ ਹੀ ਜੇ। ਪਤਾ ਲੱਗਾ? ਜਿਹੜਾ ਜਾਲ ਸ਼ਿਕਾਰੀ ਪਾਉਂਦਾ ਨਾ, ਜਾਲ ਪਕਸ਼ੀਆਂ ਨੂੰ ਦਾਣੇ ਤੇ ਦਿਸਦੇ ਨੇ, ਬੋਲੋ ਜੀ, ਤੇ ਜਾਲ ਬਰੀਕ ਬੜਾ ਹੁੰਦਾ। ਕਿਤੇ ਮੇਰੇ ਪਿੱਛੇ ਵੀ ਨਾ ਭੱਜ ਪਿਓ ਤੇ ਮੇਰੇ ਜਾਲ ਦਾ ਤੁਹਾਨੂੰ ਪਤਾ ਹੀ ਨਾ ਲੱਗੇ। ਇੰਨੇ ਲਿਹਾਜ਼ 'ਚ ਆ ਜਾਓ, ਵੀਰ ਜੀ ਵੀਰ ਜੀ ਵੀਰ ਜੀ ਕਹਿ ਕੇ। ਇੱਥੇ ਵੀ ਬਹੁਤ ਸਾਰੇ ਲੋਕ ਫਸੇ। ਵੀਰ ਜੀ ਕੋਲੋਂ ਗੱਲ ਸੁਣ ਕੇ ਅਨੰਦਪੁਰ ਸਾਹਿਬ ਕਿਉਂ ਨਾ ਗਈ ਜਿੰਦ? ਜੇ ਵੀਰ ਜੀ ਦੇ ਘਰ 'ਚ ਹੀ ਚਲੇ ਗਈ ਤੇ ਸਮਝ ਲਓ ਕਿਤੇ ਜਾਲ ਸੀ। ਨਹੀਂ ਪਤਾ ਲੱਗ ਰਿਹਾ ਜੀ? ਕਿਤੇ ਬਰੀਕ ਜਿਹਦਾ ਮੈਨੂੰ ਪਤਾ ਨਾ ਲੱਗਾ। ਵਚਨ ਸੁਣਦੀ ਸੁਣਦੀ ਇੰਨੀ ਪਾਗਲ ਹੋ ਗਈ, ਉਹਦੇ ਜਾਲ 'ਚ ਫਸ ਗਈ। ਮੈਂ ਤੁਹਾਨੂੰ ਤਰਲਾ ਪਾਉਣਾ, ਆਪਣੀਆਂ ਨਸਲਾਂ ਬਚਾਓ। ਜਿੱਥੇ ਬੰਦਾ ਬੈਠਾ ਹੈ, ਬੰਦੇ ਦੇ ਚੱਕਰ 'ਚ ਨਾ ਪੈਣਾ, ਫਸ ਜਾਓਗੇ। ਕੋਈ ਵੀ ਹੋਵੇ, ਮੈਂ ਵੀ ਹੋਵਾਂ, ਤੁਸੀਂ ਹੋ, ਤੀਸਰਾ ਹੋਵੇ। ਜਿੱਥੇ ਇਹਦਾ ਪ੍ਰਕਾਸ਼ ਆ ਬਾਪੂ ਦਾ, ਇਹ ਜਾਲ ਨਹੀਂ ਅਜਾਲ ਹੈ। ਇਹ ਐਵੇਂ ਨਹੀਂ ਲਿਖਿਆ, ਐਵੇਂ ਨਹੀਂ ਲਿਖਿਆ ਵੀ ਹੇ ਵਾਹਿਗੁਰੂ ਤੂੰ ਕੋਈ ਜਾਲ ਨਹੀਂ। ਸਾਰੀ ਦੁਨੀਆ ਜਾਲ ਆ। ਹਰ ਬੰਦੇ ਨੂੰ ਫਸਾ ਨਹੀਂ ਦਾ ਹਰ ਬੰਦਾ, ਮਗਰ ਇੱਕ ਤੂੰ ਆ, ਤੂੰ ਫਸਾਉਂਦਾ ਨਹੀਂ, ਤੂੰ ਆਜ਼ਾਦ ਕਰਦਾ ਹੈ।
तू जालों च पिया नूं उड़ा दिना है। पता लग रहा जी? सचेत हो थोड़ा। तू अजाल है। मेरा बाबा अज कहंदा ये मन अन्ना बोला है, इनू सुनाओ। मेरे मन बोलो, राम नाम चित लाए, राम नाम चित 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 चेते करया कर। तू जपदा है, चेते नहीं करता। चेते वाली गल तो सज्जना 100 साल तो बंदा पुराना मिलिया होवे ते तेनू चेता आ जांदा, क्योंकि तू 100 साल पहलों मिले नूं किते खाने च पा के रखिया। पता लगा? किसे सुरत दे खाने च पा के रखिया। सामने आया, मिंट च चेता आ गया, ये बंदा मैनू फलाने थां मिलिया सी। आखो वाहिगुरू। मेरा बाबा अज कहंदा बसंत राग विच तीसरा सतगुरु कहंदा है, मेरे मना राम दे नाम नूं चेते च रख खां। नहीं पता लग रहा जी? राम दे भैन चेते च, चाचा चेते च, तेनों कोई कथा चेते क्यों नहीं की? बाहर जाके पुछ लो किहड़े शब्द की व्याख्या हुई, भाजी चेता भुल गया। इन्ना गदार है तू गुरु दा। जेड़े झूठे ने एक कुटुंब तू जे देखदा, चले ना ही तेरे साथ तेरे तिस नाल वाहे। क्यों? जिहड़ी चीज़ तेरे नाल नहीं जानी 24 घंटे चेतनता चो वसाई हो, तिस नाल क्यों ऐसा काम जित। आख्या जी फिर चेते की रखा? कहंदे सतगुर का उपदेश सुन तू, ये चेते च रख। सुनिया जो आ इनू चेते च रख, होए तेरे ये तेरे नाल जावे। चंगी तरह पकड़ो, बाणी पढ़न वाले हो, बाणी नाल प्यार करन वाले हो। मैं तुहानूं उलामा नहीं दिंदा, तुसीं वड्डे भागां वाले हो, इन्ने मींह दे विच गुरु दे कोल आए हो। ये तुहाडा पॉजिटिव आ। आखो वाहिगुरू। गुरु की सुनी हुई गल नूं चेते ना रखना, ये तुहाडा नैगेटिव आ। जे तुसीं नहीं रखदे तां, जे चेते रखदे हो फिर भागां वाले हो। आखो वाहिगुरू। मेरे मन राम नाम चित लाए। पढ़ के तो 1 मिनट च लंघ जाएंगे, इन्ना उन्होंने खरोदना। उन्हें उहदे च डुब जाना। ये कहानी कोई वखरी है जो सुन के गए हो। आख्या जी मैं चेते च रख लिया। ते साहब बाबा अमरदास कृपा कर दस फिर की हो। कहंदे मन तन तेरा हरिया होए। बोलो, हर का नाम ध्याए के हो हरिया पाई। हर का मन तन तेरा हरिया होवे। मन तन तेरा ये बूटा जड़ा हरिया भरिया हो जू। ते बापू जी अमरदास जी बाबा जी ये भी दसो संगत नूं भी हरिया ते बूटा हो गया, इनू कोई फल भी लगू? इनू कोई पकड़ रहे हो ना? किते गए तो नहीं? जे टिके हो तो वेखो की पुछया जी। ये बूटा हरिया ते हो गया तो हरे बूटियां नूं फल लगते ने। आ दसिया जे एक हर नामा फल पाए। नाम ही फल बन जू, नाम ही फल बन जू। आखो वाहिगुरू। नाम ते नामी दो चीज़ां नहीं गियां। जिहदा नाम आ, हुण मैं मनदीप सिंह ते मनदीप सिंह दे नाम नूं वखरिया नहीं कर सकदा। जिहड़ा मनदीप सिंह आ वो नाम विच ही आ गया, क्योंकि नाम इस शरीर दा है। इस तरह रब ते नाम वखरी चीज़ नहीं। जिदन तुसीं अपने अंदर ये बूटा ला दोगे, इनू फल लगू काका दा नाम दा। आखो वाहिगुरू। जदों आरंभ हुई तो फिर पुछया गरीब नवाज दया करो, ये सारी साडे ते करा कितना वरतू? कहंदे इत्थे आ जा, गुर की बाणी विटों वारिया पाई। आ जा कुरबान जा बाणी तो, वारे वारे जा कातों?
ਬਾਣੀ ਕੌਣ ਆ ਤੇਰਾ, ਕੀ ਲੱਗਦਾ ਜੀ? ਬਹੁਤ ਘੱਟ ਬੋਲੇ, ਬੋਲੋ ਜੀ। ਕਮਾਲ ਦੀ ਗੱਲ ਆ, ਜਦੋਂ ਉੱਚੀ ਉੱਚੀ ਕਹਿ ਹੀ ਨਹੀਂ ਸਕਦੇ ਸਾਡਾ ਗੁਰੂ ਆ ਜੀ ਬਾਣੀ, ਸਾਡਾ ਗੁਰੂ ਆ ਜੀ ਬਾਣੀ। ਲਓਗੇ ਕੀ? ਜਿਹਨੂੰ ਇਹਨੂੰ ਵੀ ਚੇਤੇ ਕਰਨ ਨੂੰ ਕਈ ਚਿਰ ਲਾਤਾ ਜੇ। ਤੁਹਾਨੂੰ ਕੋਈ ਕੁਐਸਚਨ ਪੁੱਛੇ ਬਾਣੀ ਕੀ ਲੱਗਦੀ ਜੇ, ਇਹ ਤਾਂ ਹੁਣ ਕਿਹਾ ਜੇ ਨਾ, ਕਿੰਨਾ ਚਿਰ ਸੋਚਦੇ ਰਹੇ ਹੋ। ਜੇ ਕੋਈ ਤੁਹਾਨੂੰ ਕਹੇ ਤੁਹਾਡਾ ਭਰਾ ਕੌਣ ਆ, ਕੀ ਕਹੋਗੇ? ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ। ਇੱਥੇ ਚੇਤਾ ਕਰਨ 'ਚ ਵੀ ਦੇਰ ਲਾਤੀ। ਕਿਤੇ ਭੁੱਲਿਆ ਹੀ ਆ ਨਾ ਜੀ, ਕਿਤੇ ਉੱਤੋਂ ਉੱਤੋਂ ਪੜ੍ਹਦੇ ਆ ਨਾ ਵੀ ਰਾਗੀ ਸਾਹਿਬ ਸੱਦੇ ਤੇ ਝੂਮ ਲਿਆ ਤੇ ਹੋ ਗਿਆ ਕੰਮ। ਇਸ ਤਰ੍ਹਾਂ ਨਹੀਂ ਜੇ ਹੋਣਾ। ਚੇਤਨਤਾ ਵਿੱਚ ਵਸਾਓ। ਜੇ ਤੁਹਾਨੂੰ ਕਹੇ ਭਰਾ ਕੌਣ ਆ, ਆਖੋ ਗੁਰੂ ਗੋਬਿੰਦ ਸਿੰਘ। ਮਾਂ ਕੌਣ ਆ, ਗੁਰੂ ਗੋਬਿੰਦ ਸਿੰਘ। ਪਿਤਾ ਕੌਣ ਆ, ਗੁਰੂ ਗੋਬਿੰਦ ਸਿੰਘ। ਆਖੋ ਵਾਹਿਗੁਰੂ। ਉੱਚੀ ਬੋਲੋ। ਕੋਈ ਸਮਝ ਲੱਗ ਰਹੀ? ਚੇਤਨਤਾ ਵਿੱਚ ਵਸੀ ਹੋਵੇ ਇਹ ਗੱਲ। ਗੁਰ ਕੀ ਬਾਣੀ ਵਿਟੋਂ ਵਾਰਿਆ ਪਾਈ, ਗੁਰ ਸ਼ਬਦ ਵਿਟੋਂ ਬਲ ਜਾਈ। ਗੁਰੂ ਦੇ ਸ਼ਬਦ ਤੋਂ ਵਾਰੇ ਵਾਰੇ ਜਾਵਾਂ, ਬਾਣੀ ਦੇ ਉੱਤੋਂ। ਮੱਛੀ ਨੂੰ ਪੁੱਛ ਕੇ ਵੇਖੋ। ਆਖੋ ਵਾਹਿਗੁਰੂ। ਪਾਣੀ ਤੋਂ ਬਿਨਾਂ ਵੀ ਕੋਈ ਦੋਸਤੀ? ਇਸ ਤਰ੍ਹਾਂ ਰੱਖੋ, ਇਸ ਤਰ੍ਹਾਂ ਬੈਠੋ, ਥੋੜ੍ਹਾ ਚਿਰ ਸੁਚੇਤ ਹੋ ਜਾਓ। ਮੱਛੀ ਨੂੰ ਪੁੱਛੋ ਕੋਈ ਪਾਣੀ ਤੋਂ ਬਿਨਾਂ ਵੀ ਮਿੱਤਰ ਹੈਗਾ ਹੀ? ਨਹੀਂ, ਇਸ ਤਰ੍ਹਾਂ ਨਹੀਂ, ਫਿਰ ਬੋਲੇ ਤੇ ਹੈ ਨਹੀਂ। ਮੱਛੀ ਕੀ ਕਹੂ? ਇਹੀ ਮੇਰਾ ਮਾਂ ਹੈ, ਇਹੀ ਮੇਰਾ ਪਿਓ ਆ। ਆਖੋ ਵਾਹਿਗੁਰੂ। ਪਾਣੀ 'ਚ ਹੀ ਜਨਮ ਲਿਆ ਤੇ ਪਾਣੀ 'ਚ ਹੀ ਜ਼ਿੰਦਗੀ ਕੱਟੀ। ਸਿੱਖਾ ਜੇ ਇੰਨਾ ਇਹਦੇ ਇਸ਼ਕ ਵਿੱਚ ਅੰਨਾ ਨਹੀਂ ਤੂੰ ਹੋਇਆ। ਅਜੇ ਤੇ 10 ਮਿੰਟ ਮੱਥਾ ਟੇਕਿਆ ਤੇ ਚਲੇ ਗਏ ਬਸ। ਮੈਂ ਨਹੀਂ ਕਹਿੰਦਾ ਤੂੰ ਗੁਰਦੁਆਰੇ ਬੈਠਾ ਰਿਹਾ ਕਰ। ਮੇਰਾ ਕਹਿਣ ਦਾ ਮਤਲਬ ਆ ਗੱਡੀ 'ਚ ਬੈਠਿਆਂ ਵੀ ਬਾਣੀ ਸੁਣਿਆ ਕਰ। ਬਾਣੀ ਹੁਣ ਤੇ ਰੱਬ ਨੇ ਇੰਨਾ ਸੌਖਾ ਕਰਦਾ, ਜਰਾ ਕੁ ਬਟਨ ਦੱਬੋ, ਆਸਾ ਕੀ ਵਾਰ ਚੱਲ ਰਹੀ। ਅੱਗੇ ਤੇ ਲੱਭਣ ਜਾਈਦਾ ਸੀ ਵੀ ਕਿਤੇ ਆਸਾ ਕੀ ਵਾਰ ਹੋਏ। ਹੁਣ ਤੇ ਤੇਰੀ ਗੱਡੀ 'ਚ 4 ਚੁਫੇਰੇ ਜਿਸ ਤਰ੍ਹਾਂ ਮੱਛੀ ਦੇ ਪਾਣੀ ਆ, ਵੇਖ ਹੁਣ ਤੇਰੇ 4 ਚੁਫੇਰੇ ਬਾਣੀ ਬਾਣੀ ਹੋ ਗਈ। ਘਰ ਵੀ ਬਾਣੀ, ਰਾਹ 'ਚ ਵੀ ਬਾਣੀ, ਬੈਠਿਆਂ ਵੀ ਬਾਣੀ। ਆਖੋ ਵਾਹਿਗੁਰੂ। ਗੁਰ ਕੀ ਬਾਣੀ ਵਿਟੋਂ ਵਾਰਿਆ ਪਾਈ, ਗੁਰ ਸ਼ਬਦ ਵਿਟੋਂ ਬਲ ਜਾਈ। ਗੁਰ ਸਲਾਹੀ ਸਦ ਆਪਣਾ ਭਾਈ। ਸਦਾ ਹੀ ਆਪਣੇ ਗੁਰੂ ਦੀ ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ 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 ਵਾਹਿ। ਤੋਂ ਨੀਚ ਤੋਂ ਨਹੀਂ ਜਾਓ, ਤੋਂ ਨਹੀਂ ਜਾਓ। ਗੁਰੂ 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 ਗੁਰੂ। ਆਖੋ ਸਤਨਾਮ ਸ੍ਰੀ। ਵੇਖੋ, ਧਿਆਨ ਦਿਓ ਅਗਲੇ ਬਚਨ ਵੱਲ। ਉੱਤੇ ਬੋਰਡ ਤੇ ਵੇਖੋ, ਗੁਰ ਸਲਾਹੀ ਸਦ ਆਪਣਾ ਭਾਈ, ਗੁਰ ਚਰਨੀ ਚੇਤਨ ਹੀ ਨਾ ਲੱਗਦਾ। ਗੁਰਬਾਣੀ ਵੀ ਸਲਾਹ ਲਈ, ਕਹਿਤਾ ਬਾਣੀ ਬਹੁਤ ਵੱਡੀ ਹੈ, ਬਾਣੀ ਮੇਰਾ ਜੀਵਨ ਆ, ਮਗਰ ਚਿੱਤ ਨਹੀਂ ਜੁੜਦਾ ਵਿੱਚ। ਮੇਰਾ ਗੁਰੂ ਅੱਜ ਕਹਿ ਰਿਹਾ ਰਾਗ ਇਹ ਵੀ ਬਸੰਤੀ ਆ। ਬੋਲੋ ਭਲਾ, ਇਹ ਕਿਹੜਾ ਰਾਗ ਆ? ਸੱਚਮੁੱਚ ਹੀ ਖਿੜਜੀ ਦਾ ਇਹ ਬਸੰਤ ਦਾ ਨਾਂ ਲਿਆ। ਜਿਨ੍ਹਾਂ ਨੂੰ ਚੇਤਾ ਹੈ ਵੀ ਬਸੰਤ ਰੁੱਤ ਚੱਲ ਰਹੀ, ਜਿਨ੍ਹਾਂ ਨੂੰ ਪ੍ਰਭਾਵਿਤ ਕੀਤਾ ਹੈ ਬਸੰਤ ਰੁੱਤ ਨੇ, ਜਿਨ੍ਹਾਂ ਨੂੰ ਖਿੜੇ ਹੋਏ ਵੇਖਿਆ ਹੈ, ਜਿਨ੍ਹਾਂ ਨੇ ਖਿੜੇ ਹੋਏ 4 ਚੁਫੇਰੇ ਨੂੰ, ਮੌਲੀ ਧਰਤੀ ਅਸਮਾਨ ਨੂੰ ਨਜ਼ਰ ਮਾਰੀ। ਅਸਮਾਨ ਤੇ ਨੀਲੇ ਦਾ ਨੀਲਾ ਹੀ ਹੈ। ਅਸਮਾਨ ਤੇ ਕੱਲ ਵੀ ਨੀਲਾ ਸੀ, ਅੱਜ ਵੀ ਨੀਲਾ ਹੈ। ਤੂੰ ਖਿੜਿਆ ਏ ਤੇ ਤੈਨੂੰ ਸਭ ਕੁਝ ਖਿੜਿਆ ਦਿਸ ਰਿਹਾ। ਮੌਲੀ ਧਰਤੀ, ਮੌਲਿਆ ਆਕਾਸ਼, ਘਟ ਘਟ ਮੌਲਿਆ ਆਤਮ ਪ੍ਰਗਾਸ। ਸੱਚਮੁੱਚੀ ਜਿਹਦੇ ਵੱਲ ਵੇਖੇਗਾ ਖਿੜੇ ਨੂੰ ਸਾਰੇ ਖਿੜੇ ਹੀ ਲੱਗਣਗੇ। ਰੋਗੀ ਕੇ ਭਾਣੇ ਸੁਖੀਏ ਕੋ ਪੇਖੇ,
ਗੁਰ ਸਲਾਹੀ ਸਦ ਆਪਣਾ ਭਾਈ, ਗੁਰ ਚਰਨੀ ਚਿੱਤ ਲਾਈ। ਗੁਰੂ ਦੇ ਚਰਨਾਂ ਨਾਲ ਚਿੱਤ ਜੋੜੀ। ਅੱਗੇ ਜਾ ਕੇ ਕਹਿੰਦੇ ਗੁਰ ਰਾਖੇ, ਬੋਲੋ, ਜਿਨ੍ਹਾਂ ਨੂੰ ਗੁਰੂ ਨੇ ਰੱਖ ਲਿਆ। ਸੇ ਉਭਰੇ ਭਾਈ, ਉਭਰੇ ਮਣੇ ਬਚ ਗਏ। ਉਭਰੇ ਮਣੇ ਕਾਹਤੋਂ? ਪੱਤਝੜ ਤੋਂ। ਗੱਲ ਵਿਸ਼ਾ ਤੇ ਕਾਹਦਾ ਚੱਲ ਰਿਹਾ? ਬਸੰਤ ਦਾ। ਜਿਨ੍ਹਾਂ ਨੂੰ ਗੁਰੂ ਨੇ ਬਚਾ ਲਿਆ। ਕੁਛ ਦਰਖਤ ਨੇ ਜਿਨ੍ਹਾਂ 'ਤੇ ਪੱਤਝੜ ਆਉਂਦੀ ਨਹੀਂ, ਸਦਾ ਬਹਾਰ ਰਹਿੰਦੇ, ਇੱਕੋ ਹੀ ਬਹਾਰ ਰਹਿੰਦੇ। ਅੰਬ ਨੂੰ ਵੇਖਿਓ ਟਿੰਡ ਮੁੰਡ ਕਦੀ ਨਹੀਂ ਤੁਸੀਂ ਵੇਖੋਗੇ। ਕਿਹਨੂੰ? ਬੋਲੋ ਜੀ। ਬੋੜ ਦੇ ਬੂਟੇ ਨੂੰ, ਅੱਜ ਜਿਹਨੂੰ ਪੂਜਦੇ ਨੇ ਨਾ, ਆਖੋ ਵਾਹਿਗੁਰੂ, ਪਿੱਪਲ ਨੂੰ, ਇਹ ਸਭ ਤੋਂ ਪਹਿਲਾਂ ਝੜਦਾ ਜੇ। ਨਹੀਂ ਪਤਾ ਲੱਗਾ ਜੀ? ਬਹਾਰ ਆਉਂਦੀ ਤੇ ਪਿੱਪਲ ਸਭ ਤੋਂ ਪਹਿਲਾਂ, ਇਹਦੇ ਪੱਤੇ ਐਡੇ ਐਡੇ ਵੱਡੇ ਨੇ, ਕਰਤੂਤ ਕੁਛ ਨਹੀਂ, ਆਕਸੀਜਨ ਦਿੰਦਾ, ਮੁਬਾਰਕ ਆ। ਆਖੋ ਵਾਹਿਗੁਰੂ। ਮੇਰਾ ਕਹਿਣ ਦਾ ਮਤਲਬ ਜਿਹੜਾ ਬੋੜ ਐਡਾ ਵੱਡਾ ਦਰਖਤ ਆ, 350-400 ਸਾਲ 'ਚ ਪਲਦਾ ਤੇ ਫਿਰ ਵੱਡਾ ਹੁੰਦਾ। ਉਹ ਫਿਰ ਆਉਣ ਵਾਲੀ ਪੱਤਝੜ ਤੋਂ ਝੜਦਾ ਵੀ ਨਹੀਂ। ਉਹਦੀ ਪੱਤਝੜ ਵਿੱਚ ਵੀ ਛਾਂ ਜਾਂਦੀ ਨਹੀਂ। ਕੋਈ ਭੱਜਾ ਆਉਂਦਾ, ਆਣ ਕੇ ਉਹਦੇ ਕੋਲ ਆਸਰਾ ਤੱਕਦਾ ਹੈ। ਕਿਹਦੇ ਕੋਲ? ਬੋੜ ਕੋਲ। ਬੋੜ ਕਹਿੰਦੇ ਕਿ ਬੜੇ ਕਹਿੰਦੇ ਹੋ? ਬੋੜ। ਆਖੋ ਵਾਹਿਗੁਰੂ। ਅੰਬ ਕਿੰਨੀ ਪੱਤਝੜ ਆਈ ਹੋਵੇ, ਅੰਬ ਦੇ ਥੱਲੇ ਤੁਸੀਂ ਇਹ ਨਹੀਂ ਕਹੋਗੇ ਦੀ ਛਾਂ ਵੀ ਜਾਂਦੀ ਰਹੀ। ਇਸ ਤਰ੍ਹਾਂ ਹੀ ਜਿਹੜੀਆਂ ਗੁਰਮੁਖ ਰੂਹਾਂ ਨੇ ਨਾ, ਰੱਬ ਦੇ ਨਾਲ ਜੁੜੀਆਂ, ਜੀਵਨ ਕਰਕੇ ਅੰਬ ਬਣ ਚੁੱਕੀਆਂ, ਜੀਵਨ ਕਰਕੇ ਬੋੜ ਬਣ ਚੁੱਕੀਆਂ। ਆਖੋ ਵਾਹਿਗੁਰੂ। ਉਹਨਾਂ ਵੀ ਗੁਰਮੁਖਾਂ 'ਤੇ ਭਾਵੇਂ ਕਿੰਨੀ ਪੱਤਝੜ ਆ ਜਾਏ, ਉਹ ਸੁੱਕਦੇ ਨੇ। ਨਾਨਕ ਹਰੇ ਨਾ ਸੁਕਈ, ਜੇ ਗੁਰਮੁਖ ਰਹਿ ਸਮਾਏ। ਜਿਹੜੇ ਜੁੜੇ ਨੇ, ਗੁਰੂ ਕਿਰਪਾ ਕਰੇ। ਗੁਰ ਰਾਖੇ, ਜਿਨ੍ਹਾਂ ਨੂੰ ਨਿਤਨੇਮ ਨੇ ਰੱਖ ਲਿਆ। ਸੇ ਉਭਰੇ ਭਾਈ, ਹਰ ਰਸ ਅੰਮ੍ਰਿਤ ਪੀਆਏ। ਉਹਨਾਂ ਦੇ ਮੂੰਹ ਦੇ ਵਿੱਚੋਂ 24 ਘੰਟੇ ਵਾਹਿਗੁਰੂ ਵਾਹਿਗੁਰੂ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਉਹ ਅੰਮ੍ਰਿਤ ਪੀਣ ਦੀ ਕਿਰਪਾ ਦਾ ਸਦਕਾ ਵਿੱਚੋਂ ਹਉਮੈ ਦੁੱਖ ਉੱਠ ਗਿਆ ਭਾਈ। ਜਿਹੜਾ ਅੰਮ੍ਰਿਤ ਪੀਤਾ, ਅੰਮ੍ਰਿਤ ਕੀ ਨਾਮ, ਨਾਮ ਜਪਿਆ, ਤੇ ਵਿੱਚੋਂ ਹਉਮੈ ਦੁੱਖ, ਮੰਜਾ ਡਾ ਕੇ ਬੈਠਾ ਸੀ ਕਈ ਜਨਮਾਂ ਦਾ, ਮੰਜਾ ਡਾ ਕੇ ਬੈਠਾ ਸੀ। ਕੀੜੀ 'ਚ ਸੀ ਤਾਂ ਵੀ ਹਉਮੈ, ਕਾਂ 'ਚ ਸੀ ਤਾਂ ਵੀ ਹਉਮੈ। 84 ਲੱਖ ਜੂਨੀ ਤੋਂ ਇਹਦਾ ਇੱਕ ਚੀਜ਼ ਨੇ ਖਹਿੜਾ ਨਹੀਂ ਛੱਡਿਆ, ਹਉਮੈ ਨੇ। ਦੂਸਰੇ ਸ਼ਬਦਾਂ ਵਿੱਚ ਜੇ ਅਗਲਾ ਜਨਮ ਮਿਲਿਆ, ਹਉਮੈ ਰਹਿ ਗਈ ਤਾਂ ਮਿਲਿਆ। ਖਸਕਾਸ ਦੇ ਦਾਣੇ ਨੂੰ ਜਿੰਨਾ ਮਰਜ਼ੀ ਰਗੜ ਦਿਓ, ਇਸ ਤਰ੍ਹਾਂ ਬੈਠੋ, ਖਸਕਾਸ ਦੇ ਦਾਣੇ ਨੂੰ, ਫਿਰ ਵੀ ਉਹਦਾ ਤੱਤ ਨਹੀਂ ਮਰਦਾ, ਬੀਜ ਰਹਿ ਜਾਂਦਾ ਹੈ। ਤੁਸੀਂ ਜਿੰਨੀਆਂ ਮਰਜ਼ੀ ਸਮਾਧੀਆਂ ਲਾ ਲਓ, ਹਉਮੈ ਤੇ ਕਿਤੇ ਨਾ ਕਿਤੇ ਰਹਿ ਹੀ ਜਾਣੀ। ਤੇ ਜਨਮ ਅਗਲਾ ਫਿਰ ਹੈਗਾ ਹੈ, ਹਉ ਵਿੱਚ ਜੰਮਿਆ, ਹਉ ਰਹਿ ਗਈ ਤੇ ਜਨਮ ਵੀ ਹੈਗਾ ਤੇ ਮਰਨ ਵੀ ਹੈਗਾ। ਤਾਂ ਹੀ ਤੇ ਉਹਨੇ ਆਉਂਦੇ ਆਖਿਆ ਸੀ ਅੰਦਰ ਆਓ ਜਰਾ ਤੰਬੂ ਦੇ। ਆਖੋ ਵਾਹਿਗੁਰੂ। ਕੀ ਉੱਤੀ ਬੋਲੋ। ਤੇ ਇੱਕ ਨੇ ਕਿਹਾ ਕੀ ਗੱਲ ਹੋ ਗਈ ਜੀ? ਕਹਿੰਦਾ ਦੱਸਦਾ ਕੀ ਗੱਲ ਹੋ ਗਈ। ਗੱਲ ਤਾਂ ਕਈ ਜਨਮਾਂ ਤੋਂ ਹੋ ਗਈ। ਮਹਾਰਾਜ ਕੋਈ ਖਾਸ ਗੱਲ ਆ? ਕਹਿੰਦੇ ਅੰਦਰ ਆ ਫੇਰ ਦੱਸਦਾ। ਹਾਲੇ ਅੰਦਰ ਆਣ ਕੇ ਪੁੱਛਣ ਦੀ ਕੋਸ਼ਿਸ਼ ਤੋਂ ਪਹਿਲਾਂ ਹੀ ਮਾਰਿਆ ਤੇਗਾ, ਸਿਰ ਧੜ ਵੱਖ ਕਰਤਾ, ਕਿਉਂਕਿ ਹਉਮੈ ਹੁੰਦੀ ਇੱਥੇ ਹੈ। ਸਿਰ ਹੀ ਲਾਇਆ, ਬਾਂਹ ਨਹੀਂ ਲਾਈ। ਆਖੋ ਵਾਹਿਗੁਰੂ। ਲੱਤ ਨਹੀਂ ਵੱਢੀ, ਸਿਰ ਲਾਇਆ, ਕਿਉਂਕਿ ਸਾਰੇ ਪੁਆੜੇ ਸਿਰ 'ਚ ਨੇ। ਇਸ ਤਰ੍ਹਾਂ ਹੀ ਹੈ ਜੀ, ਸਾਰੇ ਪੁਆੜੇ। ਬੰਦਾ ਹੱਥ ਮਿਲਾਈ ਜਾਊਗਾ, ਇੱਥੋਂ ਕੁਛ ਸੋਚੀ ਜਾਊਗਾ। ਇਸ ਤਰ੍ਹਾਂ ਹੀ ਹੈ ਜੀ, ਜੱਫੀ ਪਾਈ ਜਾਊਗਾ ਸਰੀਰ ਦੀ, ਅੰਦਰੋਂ ਕਹਿੰਦਾ ਕੋਈ ਨਹੀਂ, ਕਿਤੇ ਦਾ ਲੱਗੇ ਫਿਰ ਮੈਂ ਤੈਨੂੰ ਦੱਸੂ। ਜਿਸ ਦਿਨ ਇੱਥੋਂ ਕੋਈ ਆਪਣਾ ਕਹਿੰਦਾ ਕਿਸੇ ਨੂੰ, ਇੱਥੋਂ ਕਹਿੰਦਾ ਕੋਈ ਨਹੀਂ। ਇਸ ਤਰ੍ਹਾਂ ਹੀ ਇੱਥੋਂ ਉਸ ਤਰ੍ਹਾਂ ਕਹਿੰਦਾ ਮੇਰੀ ਧੀ, ਮੇਰੀ ਮਾਂ, ਮੇਰੀ ਭੈਣ। ਇੱਥੋਂ ਕੋਈ ਨਹੀਂ ਕਹਿੰਦਾ। ਇੱਥੋਂ ਕਹਿੰਦਾ ਸਮਾਂ ਪੈਣ ਤੇ ਫਿਰ ਤੈਨੂੰ ਦੱਸੂ। ਇਸ ਤਰ੍ਹਾਂ ਹੀ ਆ ਜੀ। ਬੋਲੋ ਅੱਗੇ ਤਰ੍ਹਾਂ ਮੈਂ। ਆਖੋ ਵਾਹਿਗੁਰੂ। ਕਿਉਂ ਨੇ ਤੇਗੇ ਦਾ ਵਾਰ ਕਰਕੇ ਆਪਣੇ ਸਿਰ ਸਿੱਖ ਦਾ ਵੱਢਿਆ ਵੀ ਸਾਰੇ ਪਵਾੜੇ ਕਿਹਦੇ ਨੇ? ਸਿਰ ਦੇ।
ਇੱਥੇ ਪਾਤਸ਼ਾਹ ਜੀ ਕਹਿੰਦੇ ਵਿੱਚੋਂ ਹਉਮੈ ਦੁੱਖ ਉੱਠ ਗਿਆ ਭਾਈ, ਹਉਮੈ ਗਈ ਤੇ ਸੁਖ ਉਠਾ ਮਨ ਆਏ। ਬੋਲੋ, ਜਿੱਦਣ ਹਉਮੈ ਗਈ ਜ਼ਿੰਦਗੀ ਸੁੱਖਾਂ ਨਾਲ ਭਰ ਗਈ। ਹਉਮੈ ਨੂੰ ਹੀ ਦੁੱਖ ਨੇ, ਮੈਨੂੰ ਇਹਨੇ ਕੀ ਕਹਿਤਾ, ਮੈਨੂੰ ਇਹਦਾ ਬੁਰਾ ਵੇਖਿਆ, ਮੈਨੂੰ ਇਹਨੇ ਆਹ ਇਸ਼ਾਰਾ ਕਰਤਾ। ਜਿੱਦਣ ਮੈਂ ਹੀ ਨਾ ਰਿਹਾ, ਇਸ਼ਾਰੇ ਕਿਹਨੂੰ ਕਰੋਗੇ? ਮੈਂ ਹੀ ਨਹੀਂ ਰਿਹਾ। ਇਹ ਸਭ ਪਵਾੜੇ ਮੈਂ ਦੇ ਨੇ। ਸਾਹਿਬ ਕਹਿੰਦੇ ਵਿੱਚੋਂ ਹਉਮੈ ਦੁੱਖ ਉੱਠ ਗਿਆ ਭਾਈ, ਸੁਖ ਉਠਾ ਮਨ ਆਏ। ਧੁਰ ਆਪੇ ਜਿਨ੍ਹਾਂ ਨੂੰ ਬਖਸ਼ਿਓ ਨ ਭਾਈ, ਜਿਨ੍ਹਾਂ ਨੂੰ ਧੁਰ ਤੋਂ ਨੇ ਬਖਸ਼ ਦਿੱਤਾ ਹੈ ਵੀ ਇਹ ਘੁੰਮਣ ਘੇਰੀ ਚੋਂ ਤੈਨੂੰ ਐਰਕਾਂ ਕੱਢ ਲੈਣਾ, ਸ਼ਬਦੇ ਲੈ ਉਹਨੂੰ ਮਲਾਏ, ਉਹਨਾਂ ਨੂੰ ਮਿਲਾਤਾ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਗੁਰੂ ਵਾਹਿਗੁਰੂ 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 ਵਾਹਿਗੁਰੂ। ਆਖੋ ਸਤਨਾਮ ਸ੍ਰੀ। ਹੁਣ ਜਿਨ੍ਹਾਂ ਦਾ ਉੱਤੇ ਜ਼ਿਕਰ ਕੀਤਾ ਨਾ, ਜਿਨ੍ਹਾਂ ਨੂੰ ਬਖਸ਼ ਲਿਆ ਧੁਰ ਤੋਂ ਹੀ, ਉਹਨਾਂ ਨੂੰ ਸ਼ਬਦ ਮਿਲਾਤਾ। ਮੇਰਾ ਤੀਸਰਾ ਬਾਬਾ ਕਹਿੰਦਾ ਜੇ ਕਦੀ ਇਹੋ ਜਿਹੇ ਮਿਲ ਜਾਣ, ਇਹੋ ਜਿਹੇ ਰੱਬ 'ਚ ਰੰਗੀਆਂ ਰੂਹਾਂ, ਤੇ ਉਹਨਾਂ ਵਰਗਾ ਬਣਨ ਦੀ ਹੋਰ ਕੋਸ਼ਿਸ਼ ਨਾ ਕਰੀ। ਨਾ ਨਾ, ਜਿਹੜੀ ਉਹਨਾਂ ਦੀ ਚਰਨ ਧੂੜ ਆ ਨਾ, ਉਹਦੇ 'ਚ ਆਪਣੀ ਹਉਮੈ ਨੂੰ ਘੋਲ ਦੇਈ। ਆਹ ਵੇਖੋ ਲਿਖਿਆ, ਧੂੜ ਤਿੰਨਾਂ ਕੀ ਅਕੁੱਲੀਏ ਭਾਈ। ਕੀ ਕਰੀਏ ਜੇ ਰੱਬ ਦੇ ਪਿਆਰੇ ਮਿਲ ਜਾਣ? ਨੰਦ ਲਾਲ ਸਾਹਿਬ ਨੂੰ ਪੁੱਛਿਆ ਗੁਰੂ ਗੋਬਿੰਦ ਸਿੰਘ ਸਾਹਿਬ ਨੇ, 3-4 ਮਿੰਟ ਬਾਕੀ ਟਿਕ ਕੇ ਸੁਣਿਓ, ਵੀ ਜਿੱਦਣ ਦਾ ਤੂੰ ਆਇਆ ਇੱਥੇ ਸਾਰਾ ਦਿਨ ਸਿੱਖ ਆਉਂਦੇ ਨੇ, ਕੋਈ ਧੀ ਮੰਗਦਾ, ਕੋਈ ਪੁੱਤ ਮੰਗਦਾ ਹੈ, ਤੇ ਤੁਸੀਂ ਕਦੀ ਕੁਛ ਨਹੀਂ ਮੰਗਿਆ। ਤੁਸੀਂ ਇੱਕੋ ਹੀ ਗੱਲ ਤੇ ਖਲੋ ਜਾਂਦੇ ਹੋ ਜੀ, ਗੁਰਸਿੱਖਾਂ ਦੀ ਚਰਨ ਧੂੜੀ ਬਖਸ਼ੋ, ਗੁਰਸਿੱਖਾਂ ਦੀ। ਤੁਹਾਨੂੰ ਕੁਛ ਨਹੀਂ ਚਾਹੀਦਾ। ਤੁਹਾਨੂੰ ਕੁਛ ਨਹੀਂ ਚਾਹੀਦਾ। ਸ਼ਾਬਾਸ਼, ਆਖੋ ਵਾਹਿਗੁਰੂ। ਤੇ ਭਾਈ ਨੰਦ ਲਾਲ ਸਾਹਿਬ ਨੇ ਕਿਹਾ ਮਹਾਰਾਜ ਦੀ ਜੁਗਤੀ ਇਹ ਆ, ਤੁਹਾਡੀ ਕਿਰਪਾ ਨਾਲ ਮੈਨੂੰ ਮਿਲੀ, ਵੀ ਜੇ ਮੈਂ ਆਇਆ ਨਾ, ਮੈਂ ਤੇ ਮੈਂ ਸਾਹਮਣੇ ਖਲੋ ਕੇ ਵੀ ਤੁਹਾਨੂੰ ਨਹੀਂ ਵੇਖ ਸਕਦਾ। ਭਾਗਾਂ ਬਿਨ ਭਾਗਾਂ ਦਰਸ਼ਨ ਨਾ ਥੀਏ। ਜੇ ਹਉਮੈ ਮੇਰੀ ਨਾਲ ਆਈ ਵੀ ਨੰਦ ਲਾਲ ਆਇਆ ਤਖਤ ਸਾਹਿਬ ਤੇ ਤੁਸੀਂ ਸਾਹਮਣੇ ਹੀ ਹੋਣਾ, ਤੇ ਮੈਨੂੰ ਗੁਰੂ ਦੇ ਰੂਪ 'ਚ ਨਜ਼ਰ ਨਹੀਂ ਆਉਣਾ। ਫੇਰ ਕੀ ਚਾਹੁੰਦਾ ਹੈ? ਪਕੜ ਰਹੇ ਹੋ? ਮੈਂ ਗੁਰਸਿੱਖਾਂ ਦੀ ਚਰਨ ਧੂੜ ਮੰਗਦਾ ਵਾਂ ਵੀ ਮੈਂ ਨਾ ਆਵਾਂ, ਸਿੱਖ ਦੇ ਲੱਗੀ ਹੋਈ ਚਰਨਾਂ ਦੀ ਧੂੜ ਤੇਰੇ ਕੋਲ ਪਹੁੰਚੇ ਤੇ ਮੈਂ ਆਪੇ ਹੀ ਪਹੁੰਚ ਗਿਆ। ਕਿਉਂਕਿ ਚਰਨ ਧੂੜ ਦੀ ਸਾਰੀ ਦਵਾਈ ਆ ਗੁਰੂ ਨਾਨਕ ਦੇ ਘਰ 'ਚ। ਨਿਮਰਤਾ ਹਉਮੈ ਤੇ ਮੁੱਕਣੀ ਤਾਂ ਹੈ ਨਾ, ਹਉਮੈ ਤੇ ਤਾਂ ਮੁੱਕਣੀ ਆ ਨਾ ਜਿੱਦਣ ਇਹ ਚਰਨ ਧੂੜ ਹੋਊਗਾ। ਕਿਉਂ ਕਿਹਾ ਗੁਰੂ ਅਰਜਨ ਦੇਵ ਸਾਹਿਬ ਨੇ ਮੌਕੋ ਕਰ, ਬੋਲਦੇ ਨਹੀਂ, ਮੌਕੋ ਕਰ ਸੰਤਨ ਕੀ, ਤਾਂ ਹੀ ਤੇ ਕਿਹਾ ਹੈ ਗੁਰਸਿੱਖਾਂ ਕੀ। ਹੁਣ ਲੈਣੀ ਛੱਡਤੀ, ਖੈਰ ਹੁਣ ਸਮਾਂ ਨਹੀਂ। ਧੂੜ ਤਿਨਾ ਕੀ ਘੁੱਲੀਏ ਭਾਈ, ਇਹ ਕਿੱਥੋਂ ਮਿਲੂਗੀ? ਸਤ ਸੰਗਤ ਮੇਲ ਮਿਲਾਏ। ਸੰਗਤ ਚਾਹੋਗੇ ਇੱਥੇ ਹੀ ਕਿਤੇ ਗੁਰੂ ਦੇ ਸਿੱਖ ਦੀ ਚਰਨ ਧੂੜ ਮਿਲੂਗੀ। ਆਖੋ ਵਾਹਿਗੁਰੂ। ਤੁਸੀਂ ਇਹਦੇ ਤੋਂ ਇਲਾਵਾ ਕਿਤੇ ਚੱਲ ਜਾਓ, ਕਰਮਕਾਂਡੀ ਦੀ ਤੇ ਚਰਨ ਧੂੜ ਲੈ ਸਕਦੇ ਹੋ, ਜਿਹੜਾ ਕਰਮਕਾਂਡ ਕਰ ਰਿਹਾ। ਤੁਸੀਂ ਕਿਤੇ ਜਾ ਕੇ ਭੀੜ ਤੇ ਵੇਖ ਸਕਦੇ ਹੋ, ਮਗਰ ਗੁਰਸਿੱਖ ਤੇ ਉੱਥੇ ਹੀ ਵੇਖੋਗੇ ਨਾ, ਭੌਰੇ ਤੇ ਉੱਥੇ ਹੀ ਵੇਖੋਗੇ ਜਿੱਥੇ ਫੁੱਲ ਖਿੜਿਆ ਹੈ। ਨਹੀਂ ਪਤਾ ਇੱਥੇ ਕਿਹੜਾ ਖਿੜਿਆ? ਸ਼ਾਬਾਸ਼, ਆਹ ਵੇਖੋ ਖਿੜਿਆ ਫੁੱਲ, ਤੇ ਆ ਸਾਰੇ ਸਿੱਖ ਭੌਰੇ ਬਣ ਕੇ ਰਸ ਪੀਣ ਆਏ। ਸਾਹਿਬ ਜੀ ਨੇ ਬੜੇ ਪਿਆਰੇ, ਧੂੜ ਤੇ ਨਾ ਕੀ ਘੁੱਲੀਏ ਭਾਈ। ਮਹਾਰਾਜ ਉਹ ਕਿੱਥੋਂ ਮਿਲਦੀ? ਸਤ ਸੰਗਤ ਮੇਲ ਮਿਲਾਏ। ਆਪ ਕਰਾਏ ਕਰੇ ਆਪ ਭਾਈ, ਜਿਨ ਹਰਿਆ ਕੀਆ ਸਭ ਕੋਏ। ਇਹ ਸਾਰਾ ਖੇਲ ਕਰੂਗਾ ਉਹ ਆਪ ਹੀ, ਜਿਹਨੇ ਸਾਰੀ ਦੁਨੀਆ ਨੂੰ ਹਰਿਆ ਕੀਤਾ। ਅੱਜ ਤੱਕ ਜਿਹਨੇ ਪ੍ਰਹਲਾਦ ਨੂੰ ਹਰਿਆ ਕੀਤਾ ਹੈ, ਜਿਹਨੇ ਧਰੂ ਨੂੰ ਹਰਿਆ ਕੀਤਾ ਹੈ, ਜਿਹਨੇ ਭਾਈ ਤਾਰੂ ਸੋ ਨੂੰ ਹਰਿਆ ਕੀਤਾ ਹੈ, ਜਿਹਨੇ ਭਾਈ ਮਨੀ ਸੋ ਨੂੰ, ਤੈਨੂੰ ਵੀ ਕਰੂ। ਇੱਥੇ ਆਈ, ਆਵੀਂ ਇੱਥੇ, ਹੋਰ ਨਾ ਕਿਤੇ ਚੱਲ ਜਾਈਂ। ਆਖੋ ਵਾਹਿਗੁਰੂ।
बार बार तुहानू तकीद करदा, ना जाओ गुरुद्वारे तो बिना किते। गुरुद्वारे होए जो तेरी झोली च पैना, गुरु क्या सिखा उत्थे जाई जिथे केसरी निशान झुलदा होवे, कड़ा प्रशादी देग वरतदी होवे, गुरबाणी तो बिना तीसरा कोई ढिड वाला ना मत्था टकाउण वाला बैठा होवे। आ माई मैनू रोज़ ही कहिंदी इत्थे कमाली दे सामने गुरुद्वारा है तो शहीदां दा, आखो वाहिगुरू। वो रोज़ मैनू आण के हत्थ जोड़दी, कहंदी उत्थों दे प्रबंधक कहंदे इत्थे कथा करो। मैं कदी नहीं, कदी नहीं। क्यों? शहीदां दा स्थान, आओ ना उत्थे। शहीदां दे स्थान ते मत्थे टकाउण वाले भी बैठे ने, पकड़ते नहीं कि नहीं खोपरी चाही गल। उत्थे कोई ना कोई परले कमरे च भी बैठा है। मेरे साहब तो बिना इत्थे कमरा क्यों ना, प्रबंधक बैठे ने, मत्था टकाउंदे ने। कोई उत्थे जाऊँगा जिथे केवल एक नूं मत्था टेकिया जाए। ते दास दी जिंदगी च मैं हंकार करके नहीं कहंदा, पहलों बुक करन लगे पुछीदा भी उत्थे किते डेरा तो नहीं जिथे साडी कथा बुक कराउण लगे हो। डेरे वाले भावें 50,000 रुपया घंटे का देण, नहीं जावांगे। जिथों कौडी ना मिले तो गुरु की सत्संगत होवे उत्थे भज के जावांगे, क्यों ना जाइए। ये तो तुहानू ते मैनू किते ना किते ते बन मारना पैना है। तुसीं जिन्ने हो जे किते सारियां नू दसो, लोको डेरियां ते ना जाओ, लोको डेरियां ते ना जाओ। आखो वाहिगुरू। कित्थे जाओ? गुरुद्वारे जाओ। सानू गुरुद्वारे की डायरैक्शन दी, होर की दस्सिया? दसो गुरुद्वारे तो इलावा कोई गुरु ग्रंथ साहब दे विच बाणी दा जंगल च जाण तो मना किया, तीर्थां ते जाण तो, उच्ची बोलो की गल हो गई? मना किया, तीर्थां ते नहीं जाना, जंगलां च नहीं जाना, उत्थे नहीं जाना, उत्थे नहीं जाना। कित्थे जाना? ते फिर इन्नी गल ही फड़ लो तां भी भला हो जाओ। पिछली तो कुछ कहंदे, नानक मन तन सुख सदा वसे भाई। फिर आख्या शब्द मिलावा होए, मन करके तन करके सदा सुखी हो जाएगा। वाहिगुरू वाहिगुरू वाहिगुरू। गुरु वाहिगुरू वाहिगुरू वाहिगुरू। आखो सतनाम श्री वाहिगुरू। भुल्लां ना चितारियो, असीस बख्शो। कल सवेर का दीवान ते परसों सवेर का दीवान आप जी के जोड़े झाड़ूंगा, गुरु नानक साहब दी असीसां लूँगा। रात के 2 दीवान साचा धन विच 7 तो 8 बजे तक। जिन्हां जिन्हां नूं गुरु उदम बख्शे उत्थे भी हाज़री भरियो। वाहिगुरू जी का खालसा वाहिगुरू।